ਸਿੱਖ ਚੈਨਲ ਦੇ ਜਰਮਨੀ ਦੇ ਸਟੂਡੀਓ ਵਿੱਚੋਂ ਅੱਜ ਅਸੀਂ ਜੋ ਜਨੇਵਾ ਦੇ ਵਿੱਚ ਨਵੰਬਰ 1984 ਵਿੱਚ ਜੋ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਹੈ ਉਸ ਦੇ ਸੰਬੰਧ ਵਿੱਚ 1 ਨਵੰਬਰ ਨੂੰ ਜੋ ਸਿੱਖ ਫਾਰ ਜਸਟਿਸ ਵੱਲੋਂ 1 ਕਰੋੜ ਲੋਕਾਂ ਦੀ ਜੋ ਪਟੀਸ਼ਨ ਦਸਤਖਤਾਂ ਵਾਲੀ ਪਟੀਸ਼ਨ ਜੋ ਦਾਇਰ ਕਰਨ ਜਾ ਰਹੇ ਹਨ ਉਸ ਪ੍ਰੋਗਰਾਮ ਦੇ ਸੰਬੰਧ ਵਿੱਚ ਸੰਗਤਾਂ ਨੂੰ ਅਪੀਲ ਕਰਨ ਵਾਸਤੇ ਉਹ ਪਟੀਸ਼ਨ ਪਾਉਣੀ ਕਿਉਂ ਜ਼ਰੂਰੀ ਸੀ ਇਸ ਦੇ ਸੰਬੰਧ ਵਿੱਚ ਅਸੀਂ ਪਿਛਲੇ ਦਿਨਾਂ ਵਿੱਚ ਸਿੱਖ ਫਾਰ ਜਸਟਿਸ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਪੰਨੂ ਸਮੇਤ ਉਹਨਾਂ ਦੇ ਭਾਈ ਜਸਵੀਰ ਸਿੰਘ ਸਮੇਤ ਅਸੀਂ ਉਹ ਪ੍ਰੋਗਰਾਮ ਜੋ ਸੰਗਤਾਂ ਦੇ ਰੂਬਰੂ ਕੀਤਾ ਸੀ। ਅੱਜ ਅਸੀਂ ਫਿਰ ਦੁਬਾਰਾ ਜਰਮਨੀ ਸਿੱਖ ਚੈਨਲ ਦੇ ਜਰਮਨੀ ਦੇ ਸਟੂਡੀਓ ਦੇ ਵਿੱਚੋਂ ਹਾਜ਼ਰ ਹਾਂ ਜਰਮਨੀ ਦੇ ਗੁਰੂ ਘਰ ਦੇ ਪ੍ਰਬੰਧਕ ਸੱਜਣਾਂ ਦੇ ਨਾਲ ਜਿਹੜੇ ਸਿੱਖ ਕੌਮ ਦੇ ਦਰਦ ਨੂੰ ਹਮੇਸ਼ਾ ਆਪਣੇ ਪਿੰਡੇ ਦੇ ਉੱਪਰ ਉਸੇ ਤਰ੍ਹਾਂ ਹੀ ਮਹਿਸੂਸ ਕਰਦੇ ਨੇ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਜਾਂ ਹੋਰ ਕਿਸੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਕੌਮ ਨਾਲ ਜੋ ਵਿਤਕਰਾ ਹੋ ਰਿਹਾ ਉਸ ਦੁਖਾਂਤ ਨੂੰ ਉਸ ਦੁੱਖ ਨੂੰ ਆਪਣੇ ਮਨ ਦੇ ਉੱਪਰ ਪੀੜਾ ਨੂੰ ਸਮਝਦੇ ਹੋਏ ਹਮੇਸ਼ਾ ਹੀ ਪਹਿਲ ਕਦਮੀ ਕਰਕੇ ਇਹਨਾਂ ਨੇ ਹਮੇਸ਼ਾ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਸਹਿਯੋਗ ਦਿੱਤਾ ਹੈ। ਬੜੇ ਲੰਬੇ ਸਮੇਂ ਤੋਂ ਸਹਿਯੋਗ ਦੇ ਰਹੇ ਨੇ। ਅੱਜ ਜਿੱਥੇ ਅਸੀਂ ਆਏ ਪਤਵੰਤੇ ਸੱਜਣਾਂ ਨੂੰ ਸਾਡੇ ਸਟੂਡੀਓ ਵਿੱਚ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਆਉਣ ਵਾਸਤੇ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਉੱਥੇ ਇਹਨਾਂ ਨਾਲ ਫਤਿਹ ਦੀ ਸਾਂਝੀ ਪਾਉਂਦੇ ਹਾਂ ਅਤੇ ਨਾਲ ਦੀ ਨਾਲ ਸਿੱਖ ਚੈਨਲ ਨੂੰ ਜੋ ਸੰਗਤਾਂ ਸੁਣ ਰਹੀਆਂ ਨੇ ਸਮੁੱਚੀਆਂ ਉਹਨਾਂ ਨੂੰ ਜਿੱਥੇ ਬੇਨਤੀ ਕਰਦੇ ਹਾਂ ਸਾਂਝੇ ਰੂਪ ਵਿੱਚ ਅਸੀਂ ਉਹਨਾਂ ਨੂੰ ਵੀ ਫਤਿਹ ਸਾਂਝ ਕਰਦੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਮੌਜੂਦ ਹਨ ਮੇਰੇ ਖੱਬੇ ਪਾਸੇ ਸਤਿਕਾਰਯੋਗ ਵੀਰ ਭਾਈ ਸੁਖਵਿੰਦਰ ਸਿੰਘ ਜੀ ਜੋ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕਲੋਨ ਜਰਮਨੀ ਦੇ ਪ੍ਰਬੰਧਕ ਢਾਂਚੇ ਦੇ ਮੁੱਖ ਸੇਵਾਦਾਰ ਹਨ। ਉਹਨਾਂ ਦੇ ਨਾਲ ਹੀ ਬੈਠੇ ਇਸੇ ਜਰਮਨੀ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਕਲੋਨ ਦੇ ਪ੍ਰਬੰਧਕੀ ਢਾਂਚੇ ਦੇ ਵਿੱਚ ਸੇਵਾ ਨਿਭਾ ਰਹੇ ਭਾਈ ਅਮਰਜੀਤ ਸਿੰਘ ਜੀ ਪੀਲੀਆ ਸਾਹਿਬ ਉਹਨਾਂ ਦੇ ਨਾਲ ਹੀ ਜਾਣੀ ਪਛਾਣੀ ਸ਼ਖਸੀਅਤ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਜੀ ਬੱਬਰ। ਇੱਕ ਵਾਰੀ ਫਿਰ ਇਹਨਾਂ ਨੂੰ ਆਇਆਂ ਦਾ ਧੰਨਵਾਦ ਜੀ ਆਇਆਂ ਤੇ ਫਤਿਹ ਦੀ ਸਾਂਝ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਥੇ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ 1 ਨਵੰਬਰ ਦਾ ਜੋ ਜਨੇਵਾ ਦੇ ਵਿੱਚ ਜੋ 1 ਮਿਲੀਅਨ ਲੋਕਾਂ ਦੇ ਦਸਤਖਤਾਂ ਵਾਲੀ ਪਟੀਸ਼ਨ ਦਾਇਰ ਕਰਨ ਜਾ ਰਹੇ ਹਨ ਸਿੱਖ ਫਾਰ ਜਸਟਿਸ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸਿੱਖਾਂ ਦੀ ਜੋ ਨਸਲਕੁਸ਼ੀ ਕੀਤੀ ਗਈ ਹੈ ਜਿਸ ਨੂੰ ਦੰਗਿਆਂ ਦਾ ਰੂਪ ਵੀ ਦਿੰਦੇ ਨੇ ਪਰ ਅਸਲ ਵਿੱਚ ਉਹ ਨਸਲਕੁਸ਼ੀ ਹੈ ਇਸ ਨੂੰ ਪਟੀਸ਼ਨ ਨੂੰ ਦਾਇਰ ਕਰਨ ਵਾਸਤੇ ਜੋ 1 ਨਵੰਬਰ ਨੂੰ ਜਾ ਰਹੇ ਹਨ ਉਸ ਦੇ ਸੰਬੰਧ ਵਿੱਚ ਜਿੱਥੇ ਅਸੀਂ ਆਪ ਵੀ ਆਪਣੇ ਪ੍ਰਬੰਧਕ ਢਾਂਚੇ ਵਿੱਚ ਮੌਜੂਦ ਹੋਣ ਦੇ ਨਾਤੇ ਅਸੀਂ ਇਸ ਪ੍ਰੋਗਰਾਮ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਹੈ। ਉੱਥੇ ਅਸੀਂ ਹੋਰ ਜੋ ਯੂਰਪ ਦੀਆਂ ਸਿੱਖ ਸੰਗਤਾਂ ਨੇ ਗੁਰਦੁਆਰਾ ਪ੍ਰਬੰਧ ਨੇ ਪੰਥਕ ਜਥੇਬੰਦੀਆਂ ਨੇ ਜਾਂ ਕਲੱਬ ਨੇ ਸਪੋਰਟਸ ਕਲੱਬ ਜਾਂ ਹੋਰ ਕਲੱਬ ਨੇ ਸਾਰਿਆਂ ਨੂੰ ਅਸੀਂ ਇੱਕ ਨਿਮਰਤਾ ਸਹਿਤ ਬੇਨਤੀ ਕਰਨ ਦੇ ਰੂਪ ਵਿੱਚ ਵੀ ਆਪਣੇ ਫਰਜ਼ ਨੂੰ ਸਮਝਦੇ ਹੋਏ ਅਸੀਂ ਇਹ ਅੱਜ ਪ੍ਰੋਗਰਾਮ ਵਿੱਚ ਆਏ ਹਾਂ ਅਤੇ ਇਸ ਲਈ ਅੱਜ ਸਾਡੇ ਨਾਲ ਮੌਜੂਦ ਨੇ ਇਸ ਗੁਰੂ ਘਰਾਂ ਦੇ ਜੋ ਕਲੋਨ ਗੁਰੂ ਘਰਾਂ ਦੇ ਮੁੱਖ ਸੇਵਾਦਾਰ। ਅਸੀਂ ਕੋਸ਼ਿਸ਼ ਕਰਾਂਗੇ ਜੋ ਜਰਮਨੀ ਦੇ ਬਾਕੀ ਹੋਰ ਗੁਰੂ ਘਰਾਂ ਦੇ ਪ੍ਰਬੰਧਕ ਸੱਜਣ ਸਾਡੇ ਨਾਲ ਔਨ ਏਅਰ ਜਾਂ ਟੈਲੀਫੋਨ ਦੇ ਉੱਪਰ ਗੱਲ ਕਰਨੀ ਚਾਹੁੰਦੇ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਸਾਨੂੰ ਸਾਡੇ ਫੋਨਾਂ ਦੇ ਉੱਪਰ ਗੱਲ ਕਰ ਸਕਦੇ ਨੇ ਅਤੇ ਉਹਨਾਂ ਦਾ ਸੁਨੇਹਾ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸ਼ੁਰੂ ਕਰੀਏ ਅਸੀਂ ਅੱਜ ਦੇ ਪ੍ਰੋਗਰਾਮ ਵਾਸਤੇ ਭਾਈ ਸੁਖਵਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਜੋ 1 ਨਵੰਬਰ ਦਾ ਪ੍ਰੋਗਰਾਮ ਜਨੇਵਾ ਦੇ ਵਿੱਚ ਸਿੱਖ ਫਾਰ ਜਸਟਿਸ ਵੱਲੋਂ ਉਲੀਕਿਆ ਗਿਆ ਬੜੇ ਲੰਬੇ ਸਮੇਂ ਤੋਂ ਸਿੱਖਾਂ ਨੂੰ 2 ਘੱਲੂਘਾਰੇ ਜੇ ਆਪਾਂ ਕਹਿ ਦਈਏ 1 ਜੂਨ 1984 ਦੇ ਵਿੱਚ ਜੋ ਹੋਇਆ ਸਿੱਖ ਕੌਮ 'ਤੇ ਕਤਲੇਆਮ ਦਰਬਾਰ ਸਾਹਿਬ ਵਿੱਚ ਹੋਇਆ ਉਸ ਨੂੰ ਵੀ ਕਈ ਵਾਰ ਅਸੀਂ ਆਪਰੇਸ਼ਨ ਬਲੂ ਸਟਾਰ ਦੇ ਨਾਲ ਹੀ ਯਾਦ ਕਰਦੇ ਹਾਂ ਪਰ ਅਸਲ ਵਿੱਚ ਉਹ ਘੱਲੂਘਾਰਾ ਸੀ। ਅਤੇ ਦੂਸਰਾ ਜੋ ਨਵੰਬਰ 1984 ਵਿੱਚ ਹੋਇਆ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਸ ਦੇ ਵਿੱਚ ਵੀ ਅਸੀਂ ਉਹਨੂੰ ਦੰਗੇ ਕਹਿੰਦੇ ਹਾਂ। ਦੰਗੇ ਤਾਂ ਦੋਹਾਂ ਪਾਸੋਂ ਹੋ ਸਕਦੇ ਨੇ ਪਰ ਇਹਨਾਂ ਨੂੰ ਇੱਕ ਸਿੱਖਾਂ ਦੀ ਪਹਿਚਾਣ ਕਰਕੇ ਇਕੱਲੇ ਸਿੱਖਾਂ ਉੱਤੇ ਕੀਤਾ ਗਿਆ ਜੋ ਕਤਲੇਆਮ ਉਹ ਦੰਗੇ ਨਹੀਂ ਸੀ ਉਹ ਨਸਲਕੁਸ਼ੀ ਸੀ ਜਿਸ ਨੂੰ ਸਹੀ ਕਰਾਰ ਦੇਣ ਵਾਸਤੇ ਜੋ ਸਿੱਖ ਫਾਰ ਜਸਟਿਸ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਆਪਾਂ ਉਹਦਾ ਸਹਿਯੋਗ ਜੋ 1 ਤਰੀਕ ਨੂੰ ਆਪਣਾ ਪ੍ਰੋਗਰਾਮ ਹੋ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਿੱਖ ਸੰਗਤਾਂ ਨੂੰ ਕੀ ਅਪੀਲ ਕਰੋਗੇ ਉਸ ਪ੍ਰੋਗਰਾਮ ਦੇ ਪਹੁੰਚਣ ਵਾਸਤੇ ਅਤੇ ਕੀ ਜਿਹੜਾ ਇਹ ਉਹਨਾਂ ਵੱਲੋਂ ਚੁੱਕਿਆ ਹੋਇਆ ਕਦਮ ਹੈ ਉਹ ਜਾਇਜ਼ ਹੈ ਜਾਂ ਕੋਈ ਹੋਰ ਵਧੀਆ ਤਰੀਕੇ ਨਾਲ ਅਸੀਂ ਕਰ ਸਕਦੇ ਜੀ। ਸਿੱਖ ਚੈਨਲ ਦੇ ਮਾਧਿਅਮ ਰਾਹੀਂ ਸਮੂਹ ਦਰਸ਼ਕਾਂ ਔਰ ਸਰੋਤਾਜਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ 1984 ਦੇ ਵਿੱਚ
ਹਿੰਦੁਸਤਾਨ ਦੀ ਜ਼ਾਲਮ ਸਰਕਾਰ ਵੱਲੋਂ ਸਿੱਖਾਂ ਨਾਲ ਬੜੀ ਸੋਚੀ ਤੇ ਸਮਝੀ ਸਕੀਮ ਦੇ ਤਹਿਤ ਜੋ ਨਸਲਕੁਸ਼ੀ ਕੀਤੀ ਗਈ, ਇਹ ਦੰਗੇ ਨਹੀਂ ਸੀ, ਇਹ ਨਸਲਕੁਸ਼ੀ ਸੀ। ਕਿਉਂਕਿ ਇਹ ਸਰਕਾਰ ਦੀ ਸੋਚੀ ਸਮਝੀ, ਸਰਕਾਰ ਦੀ ਨਹੀਂ ਬਲਕਿ ਹਿੰਦੂਤਵੀ ਸੋਚ ਦੁਆਰਾ ਇਹ ਪਲੈਨਡ ਤਰੀਕੇ ਦੇ ਨਾਲ ਜੋ ਸਿੱਖਾਂ ਦੇ ਨਾਲ ਕਾਰਾ ਵਾਪਰਿਆ। ਜਿਨ੍ਹਾਂ ਲੋਕਾਂ ਨੇ ਇਹ ਕਾਰਾ ਵਰਤਾਇਆ, ਜਿਨ੍ਹਾਂ ਲੋਕਾਂ ਨੇ ਇਸ ਚੀਜ਼ ਨੂੰ ਸਾਰੇ ਨੂੰ ਅੰਜਾਮ ਦਿੱਤਾ, ਅਸੀਂ ਉਹਨਾਂ ਦੇ ਕੋਲੋਂ ਇਨਸਾਫ ਦੀ ਮੰਗ ਕਰਦੇ ਰਹੇ। 29 ਸਾਲ ਗੁਜ਼ਰ ਗਏ ਕਿਉਂਕਿ ਜੋ ਹਿੰਦੂਤਵੀ ਸੋਚ ਹੈ ਉਹਦੇ ਹੀ ਆਪਣੇ ਬੰਦੇ ਸਰਕਾਰ ਦੇ ਵਿੱਚ ਆ ਅਤੇ ਉਹਦੇ ਹੀ ਕਾਰਜਪਾਲਿਕਾ ਦੇ ਵਿੱਚ ਹੈ ਅਤੇ ਉਹਦੇ ਨਿਆਂਪਾਲਿਕਾ ਦੇ ਵਿੱਚ ਹੈ। ਇਨਸਾਫ ਤਾਂ ਕੀ ਮਿਲਣਾ ਸੀ ਔਰ ਨਾ ਮਿਲਣ ਦੀ ਕੋਈ ਉਮੀਦ ਹੀ ਹੈ। ਸੰਘਰਸ਼ ਬੜਾ ਸਿੱਖਾਂ ਨੇ ਲੜਿਆ। 29 ਸਾਲ ਦੇ ਬਾਅਦ ਇਹ ਜੋ ਪਟੀਸ਼ਨ ਹੈ, ਇਨਸਾਫ ਲੈਣਾ ਸਾਡਾ ਹੱਕ ਹੈ ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਵੀ ਤਰੀਕਾ ਅਪਣਾਇਆ ਜਾਵੇ ਉਸੇ ਤਰੀਕੇ ਦੇ ਤਹਿਤ ਅਸੀਂ ਆਪਣੇ ਜੋ ਬਣਦੇ ਹੱਕ ਆ, ਜੋ ਇਨਸਾਫ ਆ, ਉਹਦੀ ਪ੍ਰਾਪਤੀ ਦੇ ਵਾਸਤੇ ਅਸੀਂ ਸੰਘਰਸ਼ ਕਰੀਏ। ਇਹ ਜੋ 29 ਸਾਲ ਦੇ ਵਿੱਚ ਪੁੱਟਿਆ ਕਦਮ ਆ, ਦੇਰ ਨਾ ਲੇਕਿਨ ਬਹੁਤ ਦਰੁਸਤ, ਸਿੱਖਸ ਫਾਰ ਜਸਟਿਸ ਔਰ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਇੰਡੀਆ ਦੇ ਵਿੱਚ ਜੋ ਕੰਮ ਕਰ ਰਹੀ ਆ, ਉਹਨਾਂ ਦੋਵਾਂ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਪਟੀਸ਼ਨ UN ਦੇ ਵਿੱਚ ਦਾਇਰ ਕਰਨ ਜਾ ਰਹੇ ਆ, ਇਹ ਬੜਾ ਸ਼ਲਾਘਾਯੋਗ ਕਦਮ ਹੈ ਔਰ ਸਾਨੂੰ ਵੱਧ ਤੋਂ ਵੱਧ ਇਹਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ। ਜੋ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਹੈ, ਇੱਕ ਵਿਚਾਰ ਰੱਖੇ ਆ ਕਿ 1 ਮਿਲੀਅਨ 10 ਲੱਖ ਦੇ ਜੋ ਦਸਤਖਤਾਂ ਦੀ ਜ਼ਰੂਰਤ ਆ ਔਰ 10,000 ਦਾ ਇਕੱਠ ਜਨੇਵਾ ਦੇ ਵਿੱਚ UN ਦੇ ਸਾਹਮਣੇ ਜੋ ਹੋਣਾ ਚਾਹੀਦਾ 1 ਨਵੰਬਰ ਨੂੰ। ਔਰ ਅਸੀਂ ਵੱਧ ਤੋਂ ਵੱਧ ਇਹਦੇ ਵਿੱਚ ਆਪਣਾ ਫਰਜ਼ ਸਮਝਦੇ ਹੋਏ ਵੱਧ ਤੋਂ ਵੱਧ ਇਸ ਦੇ ਵਿੱਚ ਸਹਿਯੋਗ ਕਰੀਏ ਕਿਉਂਕਿ ਜਿੱਥੇ ਇਹ ਵੀਰ ਇੰਨੀ ਨੱਠ-ਭੱਜ ਕਰ ਰਹੇ ਆ ਉੱਥੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਜਿਹੜਾ ਵੀ ਤਰੀਕਾ ਅਪਣਾ ਸਕਦੇ, ਚਾਹੇ ਉਹ ਗੁਰੂ ਘਰਾਂ ਦਾ ਸਟੇਜਾਂ, ਚਾਹੇ ਕਿਤੇ ਹੋਰ ਆ, ਕੋਈ ਕਲੱਬਾਂ ਹੈਗੀਆਂ, ਉਹਨਾਂ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਦਸਤਖਤਾਂ ਦੇ ਵਿੱਚ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਔਰ ਉਸ ਦਿਨ ਪਹੁੰਚਣ ਦੇ ਵਾਸਤੇ ਵੀ ਕਿਉਂਕਿ ਇਕੱਤਰਤਾ ਦੀ ਬੜੀ ਭਾਰੀ ਜ਼ਰੂਰਤ ਹੈ, ਇਸ ਵਾਸਤੇ ਸਾਨੂੰ ਵੱਧ ਤੋਂ ਵੱਧ ਉੱਥੇ ਪਹੁੰਚਣਾ ਚਾਹੀਦਾ। ਇਹਦੇ ਵਾਸਤੇ ਕੋਈ ਵੀ ਜ਼ਰੀਆ ਹੈਗਾ, ਪੂਰੇ ਯੂਰਪ ਦੇ ਵਿੱਚੋਂ ਨਹੀਂ, ਪੂਰੇ ਵਰਲਡ ਦੇ ਵਿੱਚੋਂ ਜਿਹੜਾ ਵੀ ਕੋਈ ਸਿੱਖ ਉੱਥੇ ਇਸ ਦੇ ਵਿੱਚ ਸ਼ਮੂਲੀਅਤ ਕਰ ਸਕਦਾ, ਉਹਨੂੰ ਸ਼ਮੂਲੀਅਤ ਕਰਨੀ ਚਾਹੀਦੀ ਆ। ਔਰ ਵੱਧ ਤੋਂ ਵੱਧ ਦੀ ਗਿਣਤੀ ਦਸਤਖਤਾਂ ਦੀ ਔਰ ਵੱਧ ਤੋਂ ਵੱਧ ਦੀ ਉੱਥੇ ਸ਼ਰੀਰਾਂ ਦੀ ਗਿਣਤੀ ਹੋਣੀ ਬਹੁਤ ਜ਼ਰੂਰੀ ਹੈ। ਧੰਨਵਾਦ ਆਪ ਜੀ ਦਾ। ਭਾਈ ਅਮਰਜੀਤ ਸਿੰਘ ਜੀ, ਜਿਸ ਤਰ੍ਹਾਂ ਭਾਈ ਸੁਖਵਿੰਦਰ ਸਿੰਘ ਨੇ ਗੱਲ ਕੀਤੀ ਹੈ, ਦੇਰ ਬਾਅਦ ਪੁੱਟਿਆ ਜੋ ਇਹ ਭਾਵੇਂ ਕਦਮ ਕਹਿ ਲਈਏ, ਪਰ ਇਹ ਦੇਰ ਬਾਅਦ ਪੁੱਟਿਆ ਕਦਮ ਨਹੀਂ। ਅਸੀਂ ਕੱਲ੍ਹ ਭਾਈ ਅਵਤਾਰ ਸਿੰਘ ਪੰਨੂ ਹੁਣਾਂ ਨਾਲ ਵੀ ਬੜੀ ਲੰਬੀ ਚੌੜੀ ਵਾਰਤਾ ਕੀਤੀ ਹੈ। ਅਸੀਂ ਕੋਸ਼ਿਸ਼ ਕਰਾਂਗੇ 2 ਤੇ 3 ਤੇ 4 ਤਰੀਕ ਦੇ ਜੋ ਪ੍ਰੋਗਰਾਮ ਹੋਣੇ ਨੇ, ਉਹਨੂੰ ਪ੍ਰੋਗਰਾਮਾਂ ਦੇ ਵਿੱਚ ਬੜੀ ਬਰੀਕੀ ਦੇ ਨਾਲ ਕਿਹੜੀਆਂ ਮੁਸ਼ਕਲਾਂ ਆਈਆਂ, ਕਿਸ ਤਰ੍ਹਾਂ ਹੋਈ, ਇਹ ਕਿਉਂ ਇਹ 29 ਸਾਲ ਤੋਂ ਬਾਅਦ, ਇਹ ਸਾਰੇ ਪ੍ਰੋਗਰਾਮ ਦੀ ਪੜਚੋਲ ਅਸੀਂ ਬੜੀ ਡੂੰਘਾਈ ਵਿੱਚ ਕੋਸ਼ਿਸ਼ ਕਰਾਂਗੇ ਵੀ ਉਹਨੂੰ ਇੱਥੋਂ ਸੰਗਤਾਂ ਦੇ ਰੂਬਰੂ ਕਰ ਸਕੀਏ। ਭਾਈ ਅਮਰਜੀਤ ਸਿੰਘ ਜੀ, ਤੁਸੀਂ ਜੋ 1 ਨਵੰਬਰ ਨੂੰ ਆਪਾਂ ਜੋ ਉੱਥੇ ਸਿੱਖ ਫਾਰ ਜਸਟਿਸ ਵੱਲੋਂ 1 ਮਿਲੀਅਨ ਲੋਕਾਂ ਦੇ ਦਸਤਖਤ ਦੇਣ ਵਾਸਤੇ ਜਾ ਰਹੇ ਹਾਂ, ਉਹਨਾਂ ਵਿੱਚ ਤੁਹਾਡੇ ਗੁਰੂ ਘਰਾਂ ਦੇ ਪ੍ਰਬੰਧਾਂ ਵੱਲੋਂ ਪ੍ਰਬੰਧਕ ਢਾਂਚੇ ਦੇ ਵਿੱਚ ਤੁਸੀਂ ਮੌਜੂਦ ਹੋ, ਤੇ ਤੁਸੀਂ ਕੀ ਮਹਿਸੂਸ ਕਰਦੇ ਹੋ, ਕੀ ਸੰਗਤ ਨੂੰ ਸੁਨੇਹਾ ਦਿਓਗੇ ਤੇ ਕੀ ਤੁਸੀਂ ਤੁਹਾਡੇ ਗੁਰੂ ਘਰਾਂ ਵੱਲੋਂ ਕਿੰਨੇ ਕੁ ਸੰਗਤਾਂ ਜਿਹੜੀਆਂ ਜਾਣ ਵਾਸਤੇ ਫਿਲਹਾਲ ਤਿਆਰ ਹੋਈਆਂ ਨੇ? ਸਭ ਤੋਂ ਪਹਿਲਾਂ ਸਿੱਖ ਚੈਨਲ ਦੇ ਦੇਖਣ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੁਖਵਿੰਦਰ ਸਿੰਘ ਉਹਨਾਂ ਨੇ ਆਪਣੇ ਵਿਚਾਰ ਦੱਸੇ ਨੇ, ਬੜੇ ਅੱਛੇ ਵਿਚਾਰ ਦੱਸੇ ਨੇ ਉਹਨਾਂ ਨੇ। ਸਾਡਾ ਸਾਰੇ ਸਿੱਖ ਕੌਮ ਦਾ ਇੱਕ ਅਖਲਾਕੀ ਆਪਣਾ ਫਰਜ਼ ਵੀ ਹੈ ਕਿ ਅਸੀਂ ਜੋ 1 ਨਵੰਬਰ ਨੂੰ ਜਨੇਵਾ ਵਿਖੇ ਕਾਨਫਰੰਸ ਇਨਸਾਫ ਰੈਲੀ ਹੋ ਰਹੀ ਹੈ, ਅਸੀਂ ਵੱਧ ਤੋਂ ਵੱਧ ਚੜ੍ਹ ਕੇ ਉੱਥੇ ਹਿੱਸਾ ਪਾਈਏ, ਆਪਣਾ ਯੋਗਦਾਨ ਪਾਈਏ, ਤਾਂ ਕਿ ਉੱਥੇ ਦੀ ਗਵਰਨਮੈਂਟ ਨੂੰ, ਹਿੰਦੁਸਤਾਨ ਦੀ ਗਵਰਨਮੈਂਟ ਨੂੰ ਪਤਾ ਲੱਗ ਸਕੇ ਕਿ ਸਿੱਖ ਹੈ ਜੋ ਇਹ ਕਾਰਵਾਈ ਸ਼ੁਰੂ ਕਰਦੇ ਨੇ, ਆਪਣਾ ਵਿਸ਼ਾ ਕੋਈ ਵੀ ਹੈ, ਤੇ ਉਹਨੂੰ ਇਹ ਬੜੀ ਬਖੂਬੀ ਨਾਲ ਨਿਭਾਉਂਦੇ ਨੇ। ਗੁਰੂ ਘਰਾਂ ਦੀ ਗੱਲ ਹੈ, 10 ਗੁਰੂ ਘਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਕਈਆਂ ਨੂੰ ਨਹੀਂ ਪਤਾ ਇਸ ਵਿਸ਼ੇ ਬਾਰੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ 3 ਤਰੀਕ ਨੂੰ ਸਾਰੀ ਸੰਗਤ ਨਾਲ ਇਹ ਵਿਚਾਰ ਰੱਖੇਗਾ ਤੇ ਸਾਰੀ ਸੰਗਤਾਂ ਨੂੰ ਅਪੀਲ ਕਰਾਂਗੇ ਵੱਧ ਤੋਂ ਵੱਧ ਜਿੰਨੇ ਵੀ ਵੱਧ ਤੋਂ ਵੱਧ ਜਾ ਸਕਣ ਉੱਥੇ ਜਾਣ ਦਾ ਉਪਰਾਲਾ ਕਰਨ, ਕਿਉਂਕਿ ਜੇਕਰ 1 ਮਿਲੀਅਨ ਦਸਤਖਤ ਦੇਣੇ ਨੇ ਅਸੀਂ ਉੱਥੇ ਕਰਕੇ UN ਦੇ ਵਿੱਚ, ਤਾਂ ਹੀ ਉਹਨਾਂ ਨੂੰ ਪਤਾ ਲੱਗ ਸਕਦਾ ਵਾ ਕਿ ਸਿੱਖ ਕੌਮ ਇੱਕ ਇਕੱਠੀ ਹੈ। ਤੇ 10,000 ਤਾਂ ਉਸ ਤੋਂ ਉੱਪਰ ਸਰੀਰ ਜਿੰਨੇ ਹੋਰ ਜ਼ਿਆਦਾ ਵੱਧ ਤੋਂ ਵੱਧ
ਉੱਥੇ ਚੱਲਣ ਤੇ ਜਾ ਕੇ ਉੱਥੇ ਜੋ ਆਪਣਾ ਆਪਣੇ ਵਿਚਾਰ ਹੈ ਉਹ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਸਾਨੂੰ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਫਰਜ਼ ਬਣਦਾ ਸੰਗਤਾਂ ਨੂੰ ਨਾਲ ਲਿਜਾ ਕੇ ਉਹਨਾਂ ਦੇ ਟਰਾਂਸਪੋਰਟ ਦਾ ਪ੍ਰਬੰਧ ਕਰਨਾ, ਉਹਨਾਂ ਨੂੰ ਜਾਗਰੂਕ ਕਰਨਾ ਇਸ ਸੰਬੰਧ ਦੇ ਵਿੱਚ ਕਿ ਸਾਡੇ ਨਾਲ ਨਵੰਬਰ 1984 ਵਿੱਚ ਕੀ ਹੋਇਆ। ਉਸ ਤੋਂ ਪਹਿਲਾਂ ਸਿੱਖਾਂ ਦੇ ਨਾਲ ਜੇ ਗੱਲ ਨਿਆਂ ਦੀ ਕਰੀਏ, ਸਿੱਖਾਂ ਨੂੰ ਨਿਆਂ ਹੀ ਪਹਿਲਾਂ ਨਾ ਕਦੇ ਮਿਲਿਆ ਤੇ ਨਾ ਅੱਗੇ ਮਿਲਣ ਦੀ ਆਸ ਹੈ। ਜਿਸ ਹਿਸਾਬ ਦੇ ਨਾਲ ਜੋ ਸਿਆਸਤ ਚੱਲ ਰਹੀ ਹੈ, ਮੈਂ ਭਾਈ ਸਤਨਾਮ ਸਿੰਘ ਉਹਨਾਂ ਨਾਲ ਗੱਲ ਕਰਨੀ ਚਾਹਾਂਗਾ ਜੋ ਸ੍ਰੀ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਜੋ ਮੁੱਖ ਸੇਵਾਦਾਰ ਹਨ। ਭਾਈ ਸਾਹਿਬ ਜੀ, ਤੁਸੀਂ ਸੰਘਰਸ਼ ਵਿੱਚ ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਬੜੇ ਲੰਬੇ ਸਮੇਂ ਵਿੱਚ ਜੋ ਸੰਘਰਸ਼ ਨੂੰ ਆਪਣੇ ਪਿੰਡਾਂ 'ਤੇ ਵੀ ਹੰਢਾਇਆ ਹੈ, ਤੁਹਾਡੇ ਗੁਰੂ ਘਰ ਵੱਲੋਂ ਕਿੰਨੇ ਕੁ ਉਪਰਾਲੇ ਕੀਤੇ ਜਾ ਰਹੇ ਨੇ? ਕਿੰਨੀਆਂ ਸੰਗਤਾਂ ਜਿਹੜੀਆਂ ਨੇ ਇਸ ਗੁਰੂ ਘਰ ਇਸ ਪ੍ਰੋਗਰਾਮ ਦੇ ਵਿੱਚ ਜਾਣ ਲਈ ਤੁਹਾਡੇ ਕੋਲ ਦਸਤਖਤ ਆਏ ਨੇ, ਸਾਈਨ ਆਏ ਨੇ, ਜਾਂ ਤੁਸੀਂ ਜਿਹੜੇ ਸਾਈਨ ਪਿਛਲੇ ਸਮੇਂ 2 ਹਫ਼ਤੇ ਤੋਂ ਕਰਾ ਰਹੇ ਹੋ, ਉਹਨਾਂ ਦੀ ਗਿਣਤੀ ਕਿੰਨੀ ਕੁ ਹੋਈ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਬਹੁਤ ਧੰਨਵਾਦੀ ਹਾਂ ਸਰਦਾਰ ਗੁਰਮੀਤ ਸਿੰਘ ਖਡਿਆਣ ਜੀ ਉਹਨਾਂ ਦਾ ਤੇ ਸਿੱਖ ਚੈਨਲ ਵੱਲੋਂ ਜੋ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਕਿ ਜੋ ਅੱਜ ਅਸੀਂ ਇਸ ਇਕੱਠ ਦੇ ਵਿੱਚ 1 ਨਵੰਬਰ ਨੂੰ ਜਿਹੜੀ ਇਹ ਰਿਪੋਰਟ ਅਸੀਂ ਉੱਥੇ UNO ਦੇ ਵਿੱਚ ਪੇਸ਼ ਕਰਨੀ ਹੈ, ਸਾਈਨ ਕਰਕੇ ਦੇਣੇ ਨੇ ਕਿ ਜੋ 1 ਮਿਲੀਅਨ ਸਾਈਨ ਕਰਵਾ ਕੇ ਇਹ ਦੱਸਣਾ ਕਿ ਸਾਡੇ ਨਾਲ ਨਸਲਕੁਸ਼ੀ ਕੀਤੀ ਗਈ ਹੈ ਔਰ ਸਾਨੂੰ ਉੱਥੇ ਮਾਰਿਆ ਗਿਆ ਹੈ। ਸਾਡੇ ਧਰਮ ਨੂੰ ਖਤਰਾ, ਸਾਡੀ ਕੌਮ ਨੂੰ ਖਤਰਾ, ਸਾਡੀ ਸਿੱਖੀ ਨੂੰ ਖਤਰਾ ਹੈ। ਇਹ ਜੋ ਜਿਹੜਾ ਅਪਰਾਧੇ ਕੀਤੇ ਗਏ ਆ, ਇਹ ਸਰਦਾਰ ਗੁਰਪਤਵੰਤ ਸਿੰਘ ਪੰਨੂ ਅਮਰੀਕਾ ਵਾਲੇ, ਭਾਈ ਅਵਤਾਰ ਸਿੰਘ ਜੀ ਹੋਰੀ ਪੰਨੂ ਹੁਣੀ ਜੋ ਕੱਲ੍ਹ ਇੱਥੇ ਸਾਡੇ ਕੋਲ ਆਏ ਹੋਏ ਨੇ, ਔਰ ਸਰਦਾਰ ਜਸਵੀਰ ਸਿੰਘ, ਸਰਦਾਰ ਸੁਖਵਿੰਦਰ ਸਿੰਘ, ਜਿਨ੍ਹਾਂ ਨੇ ਆਣ ਕੇ ਮਤਲਬ ਪੂਰੇ ਯੂਰਪ ਦੇ ਵਿੱਚ ਜੋ ਵੀ, ਕਿਉਂਕਿ ਇੱਥੇ ਜਿਹੜਾ ਆਪਾਂ ਇੱਕ ਇਕੱਠ ਵਧੀਆ ਕਰ ਸਕਦੇ ਹਾਂ ਕਿ ਜਿਹਦੇ ਨਾਲ ਬਹੁਤ ਸਾਰੀਆਂ ਛੋਟੀਆਂ ਕੰਟਰੀਆਂ ਜੋ ਮਿਲ ਕੇ ਆਪਾਂ ਜੋ ਇਹ ਉਪਰਾਲਾ ਕਰਾਂਗੇ, ਉਹਦੇ ਨਾਲ ਬਹੁਤ ਇੱਕ ਵਧੀਆ ਇੱਕ ਜਿਹੜਾ ਹੈ ਲੋਕਾਂ ਦੇ ਵਿੱਚ ਜਿਹੜੀ ਵਿਚਾਰ ਔਰ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਜਾਏਗਾ ਕਿ ਸਾਡੀ ਕੌਮ ਦੇ ਨਾਲ ਜੋ ਧੱਕਾ ਹੋਇਆ, ਜੋ ਜ਼ੁਲਮ ਹੋਇਆ, ਅਸੀਂ ਉਹਨੂੰ ਆਪਣੇ ਇਸ ਚੰਗੇ ਢੰਗ ਦੇ ਨਾਲ ਦੁਨੀਆ ਦੇ ਸਾਹਮਣੇ ਰੱਖ ਸਕੀਏ। ਭਾਈ ਸਾਹਿਬ ਜੀ, ਇਹ ਹੁਕਮ ਹੋਵੇ ਇੱਕ ਕਾਲ ਲੈ ਲਈਏ ਆਪਾਂ, ਉਸ ਤੋਂ ਬਾਅਦ ਫਿਰ ਗੱਲ ਨੂੰ ਆਪਾਂ ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵੀਰ ਜੀ, ਭਾਈ ਸਾਹਿਬ ਜੀ ਕੌਣ ਬੋਲ ਰਹੇ ਹੋ? ਮੈਂ ਦਵਿੰਦਰ ਸਿੰਘ ਘਲੋਟੀ ਬੋਲਦਾ ਜੀ। ਹਾਂਜੀ ਭਾਈ ਦਵਿੰਦਰ ਸਿੰਘ ਘਲੋਟੀ, ਅੱਜ ਸੰਗਤਾਂ ਨੂੰ ਦੱਸਦੇ ਚੱਲੀਏ ਕਿ ਸਾਡੇ ਸਤਿਕਾਰਯੋਗ ਵੀਰ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੁਰਟ ਦੇ ਜੋ ਮੁੱਖ ਸੇਵਾਦਾਰ ਹਨ, ਉਹ ਇਸ ਵੇਲੇ ਆਪਣੇ ਲਾਈਨ ਤੇ ਹਾਜ਼ਰ ਨੇ। ਭਾਈ ਸਾਹਿਬ ਜੀ, ਜੋ 1 ਨਵੰਬਰ ਨੂੰ ਆਪਣਾ ਪ੍ਰੋਗਰਾਮ ਹੋਣ ਜਾ ਰਿਹਾ ਜਨੇਵਾ ਦੇ ਵਿੱਚ, ਉਹਦੇ ਬਾਰੇ ਤੁਹਾਡੇ ਗੁਰੂ ਘਰ ਦੇ ਪ੍ਰਬੰਧ ਵੱਲੋਂ ਕਿੰਨੇ ਕੁ ਪ੍ਰਬੰਧ ਕੀਤੇ ਗਏ ਨੇ ਤੇ ਸਿੱਖ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ? ਇਹ ਜਿਹੜਾ ਆਪਣਾ 1 ਨਵੰਬਰ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਜਨੇਵਾ ਦੇ ਵਿੱਚ, ਜਿਹੜੀ ਪਟੀਸ਼ਨ ਪੈਣੀ ਆ ਦਿੱਲੀ ਦੰਗਿਆਂ ਦੀ ਜੀ, ਉਹਦੇ ਵਿੱਚ ਜਿੱਦਾਂ ਪਿੱਛੇ ਸਾਡੇ ਕੋਲ ਭਾਈ ਅਵਤਾਰ ਸਿੰਘ ਜੀ ਪੰਨੂ ਹੋਣੀ, ਭਾਈ ਜਸਵੀਰ ਸਿੰਘ ਜੀ ਹੋਣੀ ਪਹੁੰਚੇ ਸੀ ਜੀ। ਹਾਂਜੀ, ਇਹਨਾਂ ਨੇ ਖੁਦ ਮੈਸੇਜ ਦਿੱਤਾ ਸੀ ਤੇ ਸੰਗਤਾਂ ਨੂੰ ਬੜਾ ਉਤਸ਼ਾਹ ਹੋਇਆ ਜੀ ਜੀ। ਤੇ ਉਸ ਦੇ ਨਾਲ ਉਹਨਾਂ ਸੰਗਤਾਂ ਨੇ ਕਾਫੀ ਗਿਣਤੀ ਦੇ ਵਿੱਚ ਜਾਣੀ ਕਿ ਆਪਣੇ ਨਾਂ ਦਰਜ ਕਰਵਾਏ ਨੇ ਜੀ ਜਨੇਵਾ ਜਾਣ ਵਾਸਤੇ ਜੀ ਜੀ। ਮੇਰੇ ਖਿਆਲ ਦੇ ਵਿੱਚ ਸ਼ਾਇਦ 2 ਬੱਸਾਂ ਸਾਨੂੰ ਕਰਨੀਆਂ ਪੈਣਗੀਆਂ ਜੀ ਜੀ। ਅਸੀਂ ਅਰੇਂਜਮੈਂਟ ਕਰ ਰਹੇ ਹਾਂ, 9 ਹਜੇ ਆ ਰਹੇ ਨੇ। ਐਤਵਾਰ ਤੱਕ ਜਿੰਨੀ ਵੀ ਸੰਗਤ ਹੋਊਗੀ ਉਸ ਹਿਸਾਬ ਨਾਲ ਫਿਰ ਆਪਾਂ 2 ਬੱਸਾਂ ਦਾ ਅਰੇਂਜਮੈਂਟ ਹੋ ਰਿਹਾ, ਚੱਲ ਰਿਹਾ। ਜਿੰਨੀ ਵੀ ਸੰਗਤ ਤੁਹਾਡੇ ਕੋਲ ਨਾਂ ਦਰਜ ਕਰਾਊਗੀ, ਤੁਸੀਂ ਉਹ ਸਾਰਿਆਂ ਨੂੰ ਲਿਜਾਣ ਦਾ ਪ੍ਰਬੰਧ ਜਿਹੜਾ ਜ਼ਿੰਮੇਵਾਰੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਖੂਬੀ ਨਿਭਾ ਰਹੀ ਹੈ। ਹਾਂਜੀ, ਆਪਾਂ ਬੱਸਾਂ ਦਾ ਅਰੇਂਜਮੈਂਟ ਜਿੱਦਾਂ ਉਹ ਕਰਿਆ। ਫਿਰ ਹੋਰ ਆਪਣੇ ਕੋਲ ਪ੍ਰਾਈਵੇਟ ਬੱਸਾਂ ਹੈਗੀਆਂ ਜਿੱਦਾਂ 2-3 ਬੰਦਿਆਂ ਕੋਲ, ਉਹਨਾਂ ਕੋਲ ਜਿੰਨੀਆਂ 9 ਸੀਟਾਂ ਵਾਲੀਆਂ ਬੱਸਾਂ ਨੇ ਜੀ ਜੀ, ਉਹ ਵੀ ਕੀਤਾ। ਕਿਉਂਕਿ ਪਿੱਛੇ ਸਮਾਂ ਆਇਆ ਸੀਗਾ ਜਦੋਂ ਭਾਈ ਰਾਜੋਆਣ ਦਾ ਸੀਗਾ, ਉਦੋਂ ਬੜਾ ਬੜਾ ਤੁਸੀਂ ਉਸ ਸਮੇਂ ਵੀ ਹਾਂਜੀ, ਤੇ ਉਸ ਐਤਕੀ ਦੇਖਿਆ ਵੀ ਉਸ ਸਮੇਂ ਕਈ ਵੀਰਾਂ ਨੂੰ ਪ੍ਰਾਈਵੇਟ ਬੱਸਾਂ ਲੈ ਜਾਣੀਆਂ ਪਈਆਂ ਸੀਗੀਆਂ ਜਾਂ ਗੱਡੀਆਂ। ਉਹਨੂੰ ਆਪਾਂ ਸੋਚਿਆ ਵੀ ਐਤਕੀ ਆਪਾਂ ਅਰੇਂਜਮੈਂਟ ਵਾਧੂ ਕਰਕੇ ਰੱਖਿਆ, ਜੇ ਕੋਈ ਨਾਂ ਲਿਖਾਏ ਤੋਂ ਬਿਨਾਂ ਵੀ ਪਹੁੰਚੂਗਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਸਾਰਿਆਂ ਨੂੰ ਵੀ ਨਾਲ ਬਿਠਾ ਕੇ ਲੈ ਕੇ ਚੱਲੀਏ। ਤੇ ਕੋਈ ਇਹ ਨਾ ਹੋਵੇ ਜਿਹੜਾ ਨਾਂ ਨਹੀਂ ਲਿਖਾਇਆ, ਜੇ ਕੋਈ ਉਹ ਵੀ ਆਉਣਾ ਚਾਹੂਗਾ ਤਾਂ ਉਹ ਆ ਜਾਊਗਾ, ਤਾਂ ਉਹਨੂੰ ਨਿਰਾਸ਼ ਨਹੀਂ ਮੁੜਨਾ ਪਊਗਾ। ਬੜੀ ਵਧੀਆ ਉਪਰਾਲਾ ਕੀਤਾ ਜਿਹੜਾ ਸਿੱਖ ਜਸਟਿਸ ਵਾਲਿਆਂ ਨੇ ਜੀ। ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਇਹ ਇੱਕ ਦਰਦ ਆ ਜਿਹੜਾ ਇਹਨਾਂ ਨੇ ਸਾਂਭ ਕੇ ਰੱਖਿਆ ਤੇ ਉਹਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਪ੍ਰੈਜ਼ੈਂਟ ਕੀਤਾ। ਇੰਨੇ ਥੋੜੇ ਜਿਹੇ ਸਮੇਂ ਦੇ ਵਿੱਚ ਜਨੇਵਾ ਵਰਗੇ ਸ਼ਹਿਰ ਦੇ ਵਿੱਚ ਪਹੁੰਚ ਕੇ ਇਹ ਪਟੀਸ਼ਨ ਦਾਇਰ ਕਰਨੀ ਕੋਈ ਛੋਟੀ ਮੋਟੀ ਗੱਲ ਨਹੀਂ। ਬਿਲਕੁਲ, ਅਸੀਂ ਤਾਂ ਸਾਰਿਆਂ ਨੂੰ ਇੱਥੇ ਸੰਗਤਾਂ ਨੂੰ ਇਹੀ ਬੇਨਤੀ ਕਰ ਦਿੰਦੇ ਹਾਂ ਵੀ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਦਾ ਬਹੁਤ ਸਾਥ ਦੇਣਾ ਚਾਹੀਦਾ।
ਆਪ ਜੀ ਦਾ ਬਹੁਤ ਕਿਉਂਕਿ ਇਹਨਾਂ ਨੇ ਉਹ ਦਰਦ ਨੂੰ ਫੋਲਿਆ ਜਿਹੜਾ ਸਾਡਾ ਸਾਰਿਆਂ ਦਾ ਦਰਦ ਆ ਜੀ। 1984 ਵਿੱਚ ਭਾਈ ਜਸਵੀਰ ਸਿੰਘ ਉਹਨਾਂ ਨੇ ਮੇਰੇ ਖਿਆਲ ਕੁਝ ਕੁ ਸਮੇਂ ਦੀ ਜਿਹੜੀ ਇਹਨਾਂ ਨੇ ਦੂਰੀ ਤੈਅ ਕੀਤੀ ਸੀ ਉਹਦਾ ਹਾਲ ਜਦੋਂ ਸੁਣਾਇਆ ਨਾ ਜੀ ਜੀ, ਤਾਂ ਮੇਰੇ ਖਿਆਲ ਦੇ ਵਿੱਚ ਫਰੈਂਕਫਰਟ ਦੀ ਸੰਗਤ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਸੀ ਜਿਹਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਸੀ। ਬਿਲਕੁਲ ਜੀ ਬਿਲਕੁਲ। ਉਹ ਥੋੜੇ ਜਿਹੇ ਸਮੇਂ ਦੇ ਦਰਦ ਨੂੰ ਅਸੀਂ ਮਹਿਸੂਸ ਕੀਤਾ। ਤੁਸੀਂ ਇਹ ਦੇਖੋ ਵੀ ਜਿਨ੍ਹਾਂ ਦਾ 3 ਦਿਨ ਦਰਦ ਹੰਢਾਇਆ, ਬਿਲਕੁਲ ਉਹ ਅੱਜ ਵੀ ਹੰਢਾ ਰਹੇ ਨੇ, ਉਹਨੂੰ ਇਨਸਾਫ ਨਹੀਂ ਮਿਲਿਆ, ਉਹ ਦਰਦ ਅੱਜ ਵੀ ਹੰਢਾ ਰਹੇ ਨੇ। ਉਹ ਜ਼ਖਮ ਜਿਹੜੇ ਅਜੇ ਵੀ ਉਸੇ ਤਰ੍ਹਾਂ ਹੀ ਅੱਲੇ ਨੇ ਜੋ 1929 ਸਾਲ ਪਹਿਲਾਂ ਸੀਗੇ। ਤੇ ਬੜਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਗੁਰੂ ਕਿਰਪਾ ਕਰੇ ਤੁਹਾਨੂੰ ਹੋਰ ਉਦਮ ਉਪਰਾਲਾ ਤੇ ਹੌਸਲਾ ਬਖਸ਼ੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਲੰਬੇ ਸਮੇਂ ਤੋਂ ਇਸੇ ਸੰਘਰਸ਼ ਵਿੱਚ ਜੋ ਤੁਸੀਂ ਯੋਗਦਾਨ ਪਾ ਰਹੇ ਹੋ। ਆਪ ਜੀ ਦਾ ਕਾਲ ਕਰਨ ਲਈ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ ਜੀ, ਤੁਸੀਂ ਆਪਣੀ ਗੱਲ ਨੂੰ ਅੱਗੇ ਜਾਰੀ ਰੱਖੋ। ਤੇ ਜਿਹੜਾ ਜਿਸ ਢੰਗ ਦੇ ਨਾਲ ਇਹ ਪ੍ਰੋਗਰਾਮ ਲਿਖਿਆ ਗਿਆ ਇਹ ਬਹੁਤ ਵਧੀਆ ਔਰ ਇਹ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ, ਜਿਹਦੇ ਲਈ ਅੱਜ ਆਪਾਂ ਜਦੋਂ ਇਹ ਗੱਲ ਕਹਿੰਦੇ ਹਾਂ ਕਿ ਅਸੀਂ 29 ਸਾਲ ਪਹਿਲਾਂ ਤੋਂ ਵੀ ਇਹ ਗੱਲਾਂ ਜਿਹੜੀਆਂ ਸੀ ਕੌਮ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਸੀ। ਮੈਂ ਇੱਕ ਗੱਲ ਦੀ ਛੋਟੀ ਜਿਹੀ ਉਦਾਹਰਣ ਜ਼ਰੂਰ ਦੇਣੀ ਹੈ ਜਰਮਨ ਦੇ ਵਿੱਚ ਕਿ ਜਦੋਂ ਅਸੀਂ 1986 ਦੇ ਵਿੱਚ ਪਹਿਲੀ ਕਨਵੈਨਸ਼ਨ ਸਿੱਖ ਕਨਵੈਨਸ਼ਨ ਇੱਥੇ ਜਰਮਨ ਦੇ ਵਿੱਚ ਡਿਊਰਨ ਸ਼ਹਿਰ ਦੇ ਵਿੱਚ ਕਰਵਾਈ ਤੇ ਉਹਦੇ ਵਿੱਚ ਸਾਨੂੰ ਇਹ ਪ੍ਰੋਬਲਮ ਆਈਆਂ। ਇੰਡੀਅਨ ਅੰਬੈਸੀ ਨੇ ਸਾਡੇ ਉਸ ਜਿਹੜੇ ਗਮਾਈਡੇ ਦਾ ਜਿਹੜਾ ਸਟੱਡ ਦਾ ਡਾਇਰੈਕਟਰ ਸੀ ਉਹਨੂੰ ਇੱਕ ਲੈਟਰ ਲਿਖ ਕੇ ਭੇਜੀ ਕਿ ਇਹ ਜਿਹੜੀ ਆ ਕਨਵੈਨਸ਼ਨ ਦੇ ਵਿੱਚ ਅੱਤਵਾਦੀਆਂ ਨੇ ਇਕੱਠੇ ਹੋਣਾ, ਇਹਦੇ ਵਿੱਚ ਉਹਨਾਂ ਲੋਕਾਂ ਨੇ ਇਕੱਠੇ ਹੋਣਾ ਜਿਹੜੇ ਹਿੰਦੁਸਤਾਨ ਦੇ ਵਿੱਚ ਇੱਕ ਵੱਖਰੇ ਦੇਸ਼ ਦੀ ਮੰਗ ਕਰਦੇ ਆ। ਅੱਜ ਅਸੀਂ ਕਈ ਵਾਰ ਗੱਲ ਤਾਂ ਕਰਦੇ ਹਾਂ ਕਿ ਇਹ ਗੱਲਾਂ ਕਰਨ ਦੇ ਨਾਲ ਮਤਲਬ ਜਿਹੜਾ ਆ ਵੀ ਲੋਕਾਂ ਦੇ ਵਿੱਚ ਆਉਂਦਾ ਵੀ ਇਹ ਖਾਲਿਸਤਾਨੀ ਆ, ਇਹ ਅੱਤਵਾਦੀ ਆ, ਇਹ ਵੱਖਵਾਦੀ ਆ। ਪਰ ਮੈਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਲੈਟਰ ਭੇਜੀ ਤੇ ਸਾਨੂੰ ਉਹ ਪਰਮਿਸ਼ਨ ਵੀ ਇਹਨਾਂ ਨੂੰ ਨਾ ਦਿੱਤੀ ਜਾਵੇ ਉੱਥੇ ਇਸ ਕਨਵੈਨਸ਼ਨ ਨੂੰ ਕਰਵਾਉਣ ਦੀ। ਜੀ ਜਦੋਂ ਡਾਇਰੈਕਟਰ ਦੇ ਨਾਲ ਮੈਂ ਜਾ ਕੇ ਮਿਲਿਆ ਤਾਂ ਮੈਂ ਉਹਨੂੰ ਇੱਕੋ ਹੀ ਗੱਲ ਕੀਤੀ। ਮੈਂ ਕਿਹਾ ਮੈਂ ਸਰ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਸਾਡੇ ਇਸੇ ਡਾਇਰੈਕਟਰ ਨੇ ਤੁਸੀਂ ਖੁਦ ਸਾਨੂੰ ਪਰਮਿਸ਼ਨ ਦਿੱਤੀ ਤੇ ਉਹਦੇ 'ਚ ਆਉਣ ਦਾ ਵਾਅਦਾ ਕੀਤਾ ਸੀ ਜਿੱਦਣ ਅਸੀਂ ਇਹ ਪ੍ਰੋਗਰਾਮ ਲਿਖਿਆ। ਐਮਨੈਸਟੀ ਇੰਟਰਨੈਸ਼ਨਲ ਨੂੰ ਅਸੀਂ ਬਕਾਇਦਾ ਤੌਰ ਤੇ ਪੁੱਛਿਆ ਉਹਨਾਂ ਨੂੰ ਔਰ ਉਹਨਾਂ ਸਾਨੂੰ ਪ੍ਰਵਾਨਗੀ ਦਿੱਤੀ ਆ। ਰੈੱਡ ਕਰਾਸ ਵਾਲਿਆਂ ਨੇ ਪ੍ਰਵਾਨਗੀ ਦਿੱਤੀ। ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੇ ਡਿਊਰਨ ਦੇ ਜਿਹੜੇ ਮੁਖੀ ਆ ਉਹਨੇ ਸਾਨੂੰ ਆਉਣ ਦਾ ਕਿਹਾ। ਜੋ ਡਿਊਰਨ ਦੇ ਸ਼ਹਿਰ ਦਾ ਜਿਹੜਾ ਡਾਇਰੈਕਟਰ ਆ ਉਹਨੇ ਆਉਣ ਲਈ ਸਾਨੂੰ ਪ੍ਰਵਾਨਗੀ ਦਿੱਤੀ। ਔਰ ਸਾਡੇ ਸਿੱਖ ਜਿਹੜੇ ਨੇ ਉਹ ਪੂਰੇ ਯੂਰਪ ਦੇ ਵਿੱਚੋਂ ਆਉਣੇ ਨੇ। ਸਿਰਫ 200 ਬੰਦੇ ਦਾ ਇਕੱਠ ਹੈ ਤੇ ਇਹਦੇ ਵਿੱਚ ਤੁਸੀਂ ਇਹ ਦੱਸੋ। ਅਸੀਂ ਚਾਹੁੰਦੇ ਓਪਨਲੀ ਗੱਲ ਜਿਹੜੀ ਆ ਦੁਨੀਆ ਦੇ ਸਾਹਮਣੇ ਰੱਖੀ ਜਾਵੇ, ਅਖਬਾਰਾਂ 'ਚ ਰੱਖੀ ਜਾਵੇ, ਟੀਵੀ ਤੇ ਕੀਤੀ ਜਾਵੇ, ਰੇਡੀਓ ਤੇ ਕੀਤੀ ਜਾਵੇ। ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਕਿਹੜਾ ਇਹੋ ਜਿਹਾ ਅੱਤਵਾਦ ਆ ਜਿਹੜਾ ਕਿ ਐਡਾ ਗੰਭੀਰ ਤੇ ਐਡਾ ਡੂੰਘਾ ਜਿਹੜਾ ਦੁਨੀਆ ਦੇ ਵਿੱਚ ਹੋਣਾ ਤੇ ਜਰਮਨ ਨੂੰ ਖਤਰਾ ਪੈਦਾ ਹੋ ਜਾਣਾ। ਤੇ ਭਾਈ ਸਾਹਿਬ ਜੀ ਤੁਹਾਡੀ ਗੱਲ ਨੂੰ ਫਿਰ ਅੱਗੇ ਤੋਰਦੇ ਰਹਾਂਗੇ। ਆਪਾਂ ਆਪਣੇ ਨਾਲ ਲਾਈਨ ਤੇ ਜੁੜੇ ਨੇ, ਆਪਾਂ ਸਿੰਘ ਨਾਲ ਗੱਲ ਕਰ ਸਕਦੇ ਇਜਾਜ਼ਤ ਹੋਵੇ ਤੁਹਾਡੀ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ ਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਗੁਰਵਿੰਦਰ ਸਿੰਘ ਬੋਲਦਾ ਜੀ, ਮਿਊਨਚਨ ਤੋਂ। ਹਾਂਜੀ ਗੁਰਵਿੰਦਰ ਸਿੰਘ ਜੀ, ਆਪ ਦਾ ਜੀ ਆਇਆਂ ਕਾਲ ਦੇ ਰਾਹੀਂ, ਧੰਨਵਾਦ ਤੁਹਾਡਾ। ਜੋ ਆਪਾਂ 1 ਨਵੰਬਰ ਨੂੰ ਜੋ ਜਨੇਵਾ ਦੇ ਵਿੱਚ ਆਪਾਂ ਰੈਲੀ ਕਰਨ ਜਾ ਰਹੇ, ਇਨਸਾਫ ਰੈਲੀ ਜਿਹਦਾ ਨਾਮ ਹੈ ਸਿੱਖ ਫਾਰ ਜਸਟਿਸ ਵੱਲੋਂ ਜੋ ਉਲੀਕੀ ਗਈ ਹੈ, ਉਸ ਸੰਬੰਧ ਦੇ ਵਿੱਚ ਤੁਸੀਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਤੇ ਤੁਹਾਡੇ ਗੁਰੂ ਘਰ ਵੱਲੋਂ ਕੀ ਪ੍ਰਬੰਧ ਕੀਤੇ ਜਾ ਰਹੇ ਨੇ? ਹਾਂਜੀ ਭਾਜੀ, ਪਹਿਲੀ ਗੱਲ ਤਾਂ ਇਹ ਆ ਵੀ ਸਾਨੂੰ ਇਹ ਜੋ ਅਸੀਂ ਪ੍ਰੋਗਰਾਮ ਇਹੋ ਜਿਹੇ ਉਲੀਕਦੇ ਆ, ਇਸ ਦਾ ਮੁੱਖ ਮਕਸਦ ਸਾਨੂੰ ਇਹ ਸਮਝਣਾ ਚਾਹੀਦਾ ਹੈ ਬਈ ਜੋ ਸਾਡੇ ਨਾਲ ਨਵੰਬਰ 84 ਵਿੱਚ ਹੋਇਆ ਸੀ ਉਸ ਦੇ ਕੀ ਕਾਰਨ ਸਨ, ਕਿਹੜੀਆਂ ਗੱਲਾਂ ਇਹੋ ਜਿਹੀਆਂ ਹੋ ਗਈਆਂ ਇਤਿਹਾਸ 'ਚ, ਕਿਹੜੀਆਂ ਗਲਤੀਆਂ ਹੋ ਗਈਆਂ ਜਿਹਦੇ ਕਾਰਨ ਕੌਮ ਨਾਲ ਇਹ ਸਭ ਕੁਝ ਵਾਪਰਿਆ। ਜਦੋਂ ਅਸੀਂ ਇਹ ਕਾਰਨਾਂ ਦਾ ਇਹਨਾਂ ਦੇ ਲੱਭ ਲਵਾਂਗੇ ਕਾਰਨ ਕੀ ਨੇ, ਤਾਂ ਫਿਰ ਅਸੀਂ ਭਵਿੱਖ ਲਈ ਵਿਉਂਤਬੰਦੀ ਕਰਾਂਗੇ ਵੀ ਅੱਗੇ ਤੋਂ ਨਾ ਵਾਪਰਨ। ਬਿਲਕੁਲ, ਹਾਂਜੀ। ਤੇ ਹੁਣ ਜਿਹੜਾ ਆਪਾਂ ਜਨੇਵਾ ਵਿਖੇ ਪ੍ਰੋਗਰਾਮ ਕਰ ਰਹੇ ਆ ਉਸ ਦੇ ਵੀ ਮੁੱਖ ਮਕਸਦ ਇਹੀ ਹੋਵੇ ਵੀ ਇੱਕ ਤਾਂ ਕੌਮ ਜੋ ਸਾਡੇ ਸਾਂਝੇ ਮੁੱਦੇ ਹਨ ਉਹਨਾਂ ਮੁੱਦਿਆਂ ਤੇ ਸਾਰੀ ਕੌਮ ਇਕੱਠੀ ਹੋਵੇ। ਜੋ ਸਾਡੀਆਂ ਨਿੱਕੀਆਂ ਮੋਟੀਆਂ ਹੋਰ ਗੱਲਾਂ ਨੇ ਉਹਨਾਂ ਨੂੰ ਪਾਸੇ ਰੱਖ ਕੇ ਜੋ ਅੱਜ ਦੁਨੀਆ 'ਚ ਇੱਕ ਲਹਿਰ ਚੱਲ ਰਹੀ ਹੈ ਵੀ ਮਨੁੱਖਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਅਸੀਂ ਵੈਸਟਰਨ ਕੰਟਰੀਆਂ 'ਚ ਰਹਿੰਦੇ ਆ। ਜੇ ਤਾਂ ਹਿੰਦੁਸਤਾਨ ਦੀ ਇੰਡੀਆ ਦੀ ਗਵਰਨਮੈਂਟ ਵੀ ਢੰਡੋਰਾ ਪਿੱਟ ਰਹੀ ਹੈ ਵੀ ਅਸੀਂ ਹਿਊਮਨ ਰਾਈਟਸ ਦੇ ਠੇਕੇਦਾਰ ਆ, ਉਸ ਗੱਲ ਨੂੰ ਜੋ ਆਪਾਂ ਜਨੇਵਾ ਦੇ ਸਾਹਮਣੇ ਰੱਖਣ ਜਾ ਰਹੇ ਹਾਂ, ਇੱਕ ਸਿੱਖਾਂ ਦਾ ਬਹੁਤ ਵਧੀਆ ਸਟੈਪ ਹੈ। ਬਿਲਕੁਲ ਜੀ, ਹਿੰਦੁਸਤਾਨੀ ਸਰਕਾਰ ਦਾ ਵੀ ਚਿਹਰਾ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ ਤੇ ਦੁਨੀਆ ਨੂੰ ਵੀ ਪਤਾ ਲੱਗੇ ਜਿਹੜੇ ਅੱਜ ਦਾਅਵਾ ਕਰਦੇ ਆ ਵੀ ਉੱਥੇ ਬਹੁਤ
ਜਸਟਿਸ ਆ, ਜੋ ਅੱਜ ਦੀਆਂ ਘਟਨਾਵਾਂ ਵੀ ਆ, ਜੋ ਅੱਜ ਉੱਥੇ ਵਾਪਰ ਰਿਹਾ, ਕਿੰਨੇ ਸਿੰਘ ਅੱਜ ਜੇਲ੍ਹਾਂ 'ਚ ਬੈਠੇ ਆ, ਉਹ ਸਾਰਾ ਕੁਝ ਦੁਨੀਆ ਦੇ ਸਾਹਮਣੇ ਆਵੇ। ਤੇ ਜੋ ਪਹਿਲਾਂ ਵਾਪਰ ਚੁੱਕਿਆ ਵੀ ਅੱਜ ਤੱਕ ਇਨਸਾਫ ਨਹੀਂ ਮਿਲਿਆ, ਜਿਹੜੀਆਂ ਸਰਕਾਰਾਂ ਇਨਸਾਫ ਦੀ ਗੱਲ ਕਰਦੀਆਂ ਨੇ, ਜਾਂ ਅੱਜ ਸਾਨੂੰ ਵੀ ਜਰਮਨ ਵਿੱਚ ਵਿਚਰਦੇ ਆ, ਯੂਰਪ 'ਚ ਵਿਚਰਦੇ ਆ, ਸਾਨੂੰ ਇਹ ਗੱਲਾਂ ਆਉਂਦੀਆਂ ਵੀ ਉਹ ਬਹੁਤ ਵਧੀਆ ਡੈਮੋਕ੍ਰੈਟਿਕ ਮੁਲਕ ਆ, ਉੱਥੇ ਕੋਈ ਪ੍ਰੋਬਲਮ ਨਹੀਂ, ਤਾਂ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ 'ਚ ਆਉਣ। ਕਿੰਨੇ ਕੁ ਸਿੰਘ ਤੁਹਾਡੇ ਕੋਲੋਂ ਗੁਰੂ ਘਰ ਵੱਲੋਂ ਕਿੰਨਾ ਕੁ ਪ੍ਰਬੰਧ ਕੀਤਾ ਗਿਆ ਤੁਹਾਡਾ ਯੋਗ ਲਿਜਾਣ ਵਾਸਤੇ ਸੰਗਤਾਂ ਨੂੰ? ਅਸੀਂ ਕਿਉਂਕਿ ਸਾਡੇ ਕੋਲ 650 ਕਿਲੋਮੀਟਰ ਤੋਂ ਨੇੜੇ ਉਹ ਜਨੇਵਾ ਸ਼ਹਿਰ ਪੈਂਦਾ ਇੱਥੇ ਮਿਊਨਿਸ ਤੋਂ, ਤੇ ਅਸੀਂ ਸਾਰੇ ਗੱਡੀਆਂ 7-7 ਤੇ 10-10 ਸੀਟਰ ਗੱਡੀਆਂ ਲੈ ਕੇ ਅਸੀਂ ਆਵਾਂਗੇ। ਹਾਂਜੀ, ਸਫ਼ਰ ਬਹੁਤ ਨੂੰ ਅਸੀਂ ਹਾਂਜੀ ਐਤਵਾਰ ਨੂੰ ਅਸੀਂ ਗੁਰਦੁਆਰਾ ਸਾਹਿਬ ਅਨਾਉਂਸ ਕਰਾਂਗੇ, ਸੰਗਤਾਂ ਨੇ ਸਾਰਿਆਂ ਨੇ ਆਪਦੇ ਨਾਂ ਲਿਖੇ ਜਾਣੇ ਆ ਸੰਗਤਾਂ ਦੇ, ਤੇ ਫਿਰ ਉਸ ਹਿਸਾਬ ਨਾਲ, ਕਿਉਂਕਿ ਅਸੀਂ ਚਾਹੁੰਦੇ ਸੀ ਵੀ 50 ਬੰਦੇ ਵਾਲੀਆਂ 2 ਬੱਸਾਂ, ਵੱਡੀਆਂ 2 ਬੱਸਾਂ ਲੈ ਕੇ ਆਈਏ, ਪਰ ਉਹ ਸਿੰਘਾਂ ਨਾਲ ਵਿਚਾਰ ਮਸ਼ਵਰਾ ਕੀਤਾ ਵੀ ਲੰਬਾ ਸਫ਼ਰ ਹੋਣ ਕਰਕੇ ਕਾਰਾਂ ਦਾ ਸਫ਼ਰ ਰਹੇਗਾ। ਹਾਂਜੀ, ਆਪ ਹੀ ਦਾ ਬਹੁਤ ਬਹੁਤ ਧੰਨਵਾਦ। ਸਾਡੀ ਕੋਸ਼ਿਸ਼ ਆ ਵੀ ਅਸੀਂ ਬੱਚਿਆਂ ਨੂੰ ਤੇ ਫੈਮਲੀਆਂ ਨੂੰ ਨਾਲ ਲੈ ਕੇ ਆਈਏ, ਕਿਉਂਕਿ ਜੋ ਉੱਥੇ ਪ੍ਰੋਗਰਾਮ ਹੁੰਦੇ ਆ, ਸਾਡੇ ਆਉਣ ਵਾਲੇ ਭਵਿੱਖ 'ਚ ਬੱਚਿਆਂ ਨੂੰ ਸਾਰਾ ਕੁਝ ਇਹ ਪਤਾ ਹੋਵੇ ਸਾਡੇ ਨਾਲ ਕੀ ਵਾਪਰਿਆ, ਕਿੱਦਾਂ ਅਸੀਂ ਹਾਂਜੀ ਇਨਸਾਫ ਲਈ ਕੌਮ ਜੂਝ ਰਹੀ ਹੈ। ਤੇ ਪਰ ਸਾਨੂੰ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਆ ਬਈ ਜਿਹੜੇ ਮਕਸਦ ਵਾਸਤੇ ਸਿੱਖ ਕੌਮ ਦਾ ਜਨਮ ਹੋਇਆ ਸੀ, ਖਾਲਸੇ ਦਾ ਜਨਮ ਹੋਇਆ ਸੀ, ਅਸੀਂ ਥੋੜਾ ਜਿਹਾ ਅੱਜ ਉਸ ਤੋਂ ਥੋੜਾ ਜਿਹਾ ਦੂਰ ਹੋ ਗਏ। ਅਸੀਂ ਦੁਨੀਆ ਨੂੰ ਇਨਸਾਫ ਦੇਣਾ ਸੀ, ਅੱਜ ਅਸੀਂ ਖੁਦ ਇਨਸਾਫ ਲੈਣ ਲਈ ਤੁਰੇ ਹੋਏ ਆ। ਇਹਦੇ 'ਚ ਕੁਝ ਸਾਨੂੰ ਉਹ ਕਾਰਨ ਲੱਭਣੇ ਪੈਣੇ ਆ ਵੀ ਅਸੀਂ ਪਿੱਛੇ ਕਿਉਂ ਚਲੇ ਗਏ। ਉਸ ਸਿਧਾਂਤ ਦੇ ਧਾਰਨੀ ਹੋ ਜਾਈਏ, ਫਿਰ ਸਾਨੂੰ ਇਨਸਾਫ ਜਿਹੜਾ ਸਾਡੇ ਆਪਣੇ ਸਿੱਖ ਕੌਮ ਦੇ ਆਪੇ ਕਦਮਾਂ ਨੂੰ ਚਮੂਹ ਆ ਕੇ ਅਸੀਂ ਸਿਧਾਂਤ ਤੋਂ ਦੂਰ ਹੋ ਕੇ ਕਰਕੇ, ਤੇ ਅਸੀਂ ਤਾਂ ਹੀ ਦਰਦਾਂ ਦੇ ਠੋਕਰਾਂ ਖਾ ਰਹੇ ਆ। ਆਪ ਹੀ ਦਾ ਬਹੁਤ ਬਹੁਤ ਧੰਨਵਾਦ। ਸਾਨੂੰ ਇਹ ਆਪਦੇ ਭਰਾਵਾਂ ਨੂੰ ਇਹ ਗੱਲ ਬਹੁਤ ਜ਼ੋਰ ਨਾਲ ਸਮਝਾਉਣੀ ਚਾਹੀਦੀ ਆ ਵੀ ਪੋਲੀਟੀਕਲ ਪਾਵਰ ਦੀ ਅੱਜ ਦੀ ਦੁਨੀਆ 'ਚ ਕੀ ਰੈਲੇਵੈਂਸ ਆ, ਪੋਲੀਟੀਕਲ ਪਾਵਰ ਤੋਂ ਬਗੈਰ ਸਾਡਾ ਕੀ ਅੱਜ ਹਾਲ ਹੋ ਗਿਆ। ਇਹ ਚੀਜ਼ ਸਾਨੂੰ ਪਹਿਲਾਂ ਆਪਦੇ ਭਰਾਵਾਂ ਨੂੰ ਸਮਝਾਉਣੀ ਪੈਣੀ ਆ, ਫਿਰ ਅਸੀਂ ਆਪਦਾ ਰਾਜ ਲੈਣ ਦੇ ਕਾਬਲ ਹੋਵਾਂਗੇ। ਬਿਲਕੁਲ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਮਿਲਦੇ ਆ ਆਪਾਂ ਜੀ 1 ਨਵੰਬਰ ਨੂੰ। ਵੱਧ ਤੋਂ ਵੱਧ ਸੰਗਤਾਂ ਲਿਆਉਣ ਲਈ ਤੁਹਾਡਾ ਵੀ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਜੀ, ਤੁਸੀਂ ਆਪਾਂ ਗੱਲ ਕਰ ਰਹੇ ਸੀ ਕਨਵੈਨਸ਼ਨ ਦੀ ਜਿਹੜੀ ਤੁਸੀਂ ਕਰਾਈ ਆ, ਉਹਨੂੰ ਅੱਗੇ ਤੋਂ ਕੱਲ੍ਹ ਅੱਗੇ ਆਪਣੇ ਕੋਲ ਬਹੁਤ ਆ ਰਹੀਆਂ ਨੇ। ਆਪਾਂ ਜਿਹੜੇ ਬਾਕੀ ਸੰਗਤਾਂ ਨੇ ਉਹਨਾਂ ਦੇ ਵਿਚਾਰ ਵੀ ਆਪਾਂ ਲੈਣੇ ਨੇ, ਤੇ ਉਸ ਗੱਲ ਨੂੰ ਤੁਸੀਂ ਅੱਗੇ ਤੋਰਦੇ। ਜਦੋਂ ਅਸੀਂ ਉਹ ਕਨਵੈਨਸ਼ਨ ਉੱਥੇ ਕਰਵਾਉਣ ਦੇ ਲਈ ਇਹ ਉਪਰਾਲਾ ਕੀਤਾ ਸੀ, ਤੇ ਉਦੋਂ ਇਹੀ ਗੱਲ ਸੀ ਜਿਹੜੀ ਅੱਜ, ਜੇਕਰ ਅੱਜ ਅਸੀਂ ਕਈ ਵਾਰੀ ਕਹਿੰਦੇ ਹਾਂ ਸਮੇਂ ਦੀ ਆਵਾਜ਼ ਦੇ ਵਿੱਚ ਜਿਹੜੀ ਆ ਉਹਦੀਆਂ ਰਿਪੋਰਟਾਂ, ਜੋ ਜਰਮਨ ਦੀਆਂ ਅਖਬਾਰਾਂ, ਜਰਮਨ ਦੇ ਟੀਵੀ, ਜਰਮਨ ਦੇ ਰੇਡੀਓ ਦੀਆਂ ਰਿਪੋਰਟਾਂ ਵੀ ਉਹ ਅਸੀਂ ਜਿਹੜੀਆਂ ਸਮੇਂ ਦੀ ਆਵਾਜ਼ ਤੇ ਇਸ ਕਰਕੇ ਚਾੜੀਆਂ ਹੋਈਆਂ, ਤਾਂ ਕਿ ਮਤਲਬ ਇਹ ਗੱਲਾਂ ਜਿਹੜੀਆਂ ਸੀ ਵੀ ਇਹ ਨਹੀਂ ਵੀ ਇਹ ਜਿਹੜੀ ਸੋਚ ਸੀ ਵੀ ਇਹ ਅੱਜ ਨਵੀਂ ਆਈ ਆ 3 ਸਾਲਾਂ ਬਾਅਦ ਸਾਨੂੰ ਪਤਾ ਲੱਗਾ। ਉਦੋਂ ਵੀ ਬਹੁਤ ਸਾਰੇ ਯੂਰਪ ਦੇ ਵਿੱਚੋਂ ਜਦੋਂ ਸਿੱਖ ਉੱਥੇ ਇਕੱਤਰ ਹੋਏ ਸੀ, ਇਸ ਕਰਕੇ ਡਿਊਰਨ ਦੇ ਸ਼ਹਿਰ ਦੇ ਵਿੱਚ 4 ਕਨਵੈਨਸ਼ਨਾਂ ਲਗਾਤਾਰ ਹਰ ਸਾਲ ਇਸੇ ਢੰਗ ਨਾਲ ਹੁੰਦੀਆਂ ਰਹੀਆਂ ਕਿ ਸਾਡੀ ਜਿਹੜੀ ਗੱਲ ਆ ਉਹ ਮੀਡੀਆ ਦੇ ਵਿੱਚ ਜਾਵੇ। ਅੱਜ ਜੋ ਗੁਰਪਤਵੰਤ ਸਿੰਘ ਪੰਨੂ ਹੋਣਾ ਨੇ, ਜੋ ਅਮਰੀਕਾ ਦੇ ਵਿੱਚ ਰਹਿਣ ਵਾਲੇ ਸਿੱਖਾਂ ਨੇ ਭਾਈ ਜਸਵੀਰ ਸਿੰਘ ਦੀ ਗਵਾਹੀ ਦਾ ਮੁੱਦਾ ਲੈ ਕੇ ਜੋ ਇਹ ਗੱਲ ਕੀਤੀ, ਲੋਕਾਂ ਦੇ ਸਾਹਮਣੇ ਲਿਆਂਦੀ, ਤੇ ਇਹ ਬਹੁਤ ਵਧੀਆ ਬਣੀ ਕਿ ਜਿਹਦੇ ਨਾਲ ਅਸੀਂ ਆਪਣੀ ਗੱਲ ਕਰਨ ਦਾ ਸਾਨੂੰ ਇੱਕ ਵਧੀਆ ਮੁੱਦਾ ਮਿਲ ਗਿਆ, ਔਰ ਪੜ੍ਹੇ ਲਿਖੇ ਬੰਦੇ ਜਿਹੜੇ ਸੀ ਉਹਨਾਂ ਨੂੰ ਮੂਹਰੇ ਆਉਣ ਦਾ ਤੇ ਗੱਲ ਕਰਨ ਦਾ ਜਿਹੜਾ ਇੱਕ ਵਧੀਆ ਚਾਂਸ ਮਿਲ ਗਿਆ ਕਿ ਜਿਹਦੇ ਨਾਲ ਅਸੀਂ ਆਪਣੀ ਗੱਲ ਦੁਨੀਆ ਦੇ ਵਿੱਚ ਰੱਖ ਸਕਦੇ। ਮੈਂ ਵੀ ਜਿਹੜੀ ਗੱਲ ਕਹਿਣੀ ਚਾਹੁੰਦਾ ਹਾਂ ਸਰਦਾਰ ਗੁਰਮੀਤ ਸਿੰਘ ਜੀ, ਉਹ ਇਹ ਬਹੁਤ ਜ਼ਰੂਰੀ ਆ ਕਿ ਜਿਹੜੀ ਗੱਲ ਦੇ ਲਈ ਅਸੀਂ ਹਿੰਦੁਸਤਾਨ ਦੀ ਦੁਨੀਆ ਦੀ 6ਵੀਂ ਤਾਕਤ ਦੇ ਨਾਲ ਲੜਾਈ ਲੜਨੀ ਹੈ, ਉਹ ਬੰਦੂਕਾਂ ਜਾਂ ਰਿਵਾਲਵਰਾਂ ਨਾਲ ਲੜਾਈ ਨਹੀਂ ਲੜੀ ਜਾਣੀ। ਇਹ ਲੜਾਈ ਜਿਹੜੀ ਲੜੀ ਜਾਣੀ ਸੀ ਇਹ ਸਿਆਸੀ ਢੰਗ ਦੇ ਨਾਲ, ਇਹੋ ਕਿ ਕਿਹੜੀਆਂ ਵਧੀਕੀਆਂ ਸਾਡੇ ਨਾਲ ਹੋਈਆਂ, ਕਿਹੜੀਆਂ ਕੁਰਬਾਨੀਆਂ ਅਸੀਂ ਆਪਣੀ ਕੌਮ ਦੇ ਲਈ ਕਰਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ। ਇਹ ਜਿਹੜੀਆਂ ਗੱਲਾਂ ਸੀ ਇਹ ਗੱਲਾਂ ਨਹੀਂ ਸੀ, ਕਿਉਂਕਿ ਜਿਹੜੀ ਲੜਾਈ ਜੇ ਜੂਨ 84 ਦੀ ਲੜਾਈ ਆ ਉਹ ਸਾਡੇ ਗਲ ਪਾਈ ਗਈ। 1978 ਦੇ ਵਿੱਚ ਸਿੱਖ ਕੋਈ ਨਹੀਂ ਗਿਆ ਕਿਸੇ ਦੂਜੀ ਸਟੇਟ ਦੇ ਵਿੱਚ ਲੜਨ ਲਈ। ਹਿੰਦੁਸਤਾਨ ਗੌਰਮੈਂਟ ਦੇ ਪਾਲੇ ਹੋਏ ਜਿਹੜੇ ਏਜੰਟ ਸੀ, ਜਿਨ੍ਹਾਂ ਨੇ ਆਣ ਕੇ 13 ਅਪ੍ਰੈਲ 1978 ਨੂੰ ਵਿਸਾਖੀ ਦੇ ਦਿਹਾੜੇ ਤੇ ਆਣ ਕੇ ਸਾਡੇ ਤੇ ਧੱਕੇ ਦੇ ਨਾਲ ਜਿਹੜੀ ਇੱਕ ਲੜੀ ਨੂੰ, ਇਸ ਲੜਾਈ ਦੀ ਲਹਿਰ ਨੂੰ ਤੋੜਨ ਦੇ ਲਈ ਹਮਲਾ ਕੀਤਾ। ਜਿਸ ਤੁਸੀਂ 78 ਜਾਂ 1984 ਗੱਲ ਕਰਦੇ ਹੋ, ਆਪਾਂ ਇਸੇ ਇਨਸਾਫਵਾਦ ਤੇ ਜੋ ਸਿੱਖ ਫਰਜ਼ਸ਼ਟ ਨੇ ਬੀੜਾ ਚੁੱਕਿਆ, ਇਹ ਮਤਲਬ ਉਪਰਾਲਾ ਕੀਤਾ ਹੈ, ਬੜਾ ਸ਼ਲਾਘਾ ਜੋਰ। ਆਪਾਂ ਅਗਲੀ ਕਾਲ ਵੱਲ ਚੱਲੀਏ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਕੌਣ ਤੇ ਕਿੱਥੇ ਬੋਲ ਰਹੇ ਹੋ?
ਮੈਂ ਦਲਬੀਰ ਸਿੰਘ ਬੋਲ ਰਿਹਾ ਜੀ, ਆਪਣਾ ਹੰਬਰਗ ਤੋਂ। ਹਾਂਜੀ ਭਾਈ ਸਾਹਿਬ ਜੀ, ਆਪ ਜੀ ਦਾ ਧੰਨਵਾਦ ਸਿੱਖ ਚੈਨਲ ਦੇ ਸਟੂਡੀਓ ਵਿੱਚ। ਜੋ 1 ਨਵੰਬਰ ਨੂੰ ਰੈਲੀ ਹੋਣ ਜਾ ਰਹੀ ਹੈ, ਭਾਈ ਦਲਬੀਰ ਸਿੰਘ ਜੀ ਭਾਊ ਜੀ ਜੋ ਹੰਬਰਗ ਗੁਰੂ ਘਰ ਦੇ ਮੁੱਖ ਸੇਵਾਦਾਰ ਹਨ, ਜਿਨ੍ਹਾਂ ਨੇ ਆਪਾਂ ਸੰਗਤਾਂ ਨੂੰ ਦੱਸਦੇ ਚੱਲੀਏ ਕਿ ਭਾਵੇਂ ਕਿਤੇ ਵੀ ਜੋ ਵੀ ਪ੍ਰੋਗਰਾਮ ਹੁੰਦੇ ਨੇ ਸਿੱਖ ਪੰਥ ਦੇ ਹਿੱਤਾਂ ਵਾਸਤੇ ਜਾਂ ਜਿਸ ਤਰ੍ਹਾਂ ਵੀ ਮੁਜ਼ਾਹਰੇ ਹੁੰਦੇ ਨੇ ਤਾਂ ਉਹਨਾਂ ਵਿੱਚ ਬੜੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਨੇ। ਭਾਊ ਜੀ ਜੋ 1 ਆਪਣਾ ਨਵੰਬਰ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਸਿੱਖ ਫਾਰ ਜਸਟਿਸ ਅਮਰੀਕਾ ਵੱਲੋਂ ਜੋ ਪ੍ਰੋਗਰਾਮ ਲਿਖਿਆ ਗਿਆ 1 ਮਿਲੀਅਨ ਲੋਕਾਂ ਦੇ ਦਸਤਖਤਾਂ ਵਾਲੀ ਪਟੀਸ਼ਨ ਜੋ ਦਾਇਰ ਕਰਨੀ ਹੈ, ਉਹਦੇ ਵਿੱਚ ਤੁਸੀਂ ਹੰਬਰਗ ਵਿੱਚੋਂ ਸੰਗਤਾਂ ਕਿੰਨੀਆਂ ਕੁ ਪਹੁੰਚ ਰਹੀਆਂ ਨੇ, ਕੀ ਉਪਰਾਲੇ ਕੀਤੇ ਨੇ ਤੁਸੀਂ? ਸਾਡੇ ਵੱਲੋਂ ਇੱਥੋਂ ਜੀ ਅੱਗੇ ਅਸੀਂ ਦਸਤਖਤ ਕਰਾ ਕੇ ਤੇ ਬਹੁਤ ਭੇਜ ਦਿੱਤੇ ਫਾਰਮ। ਹੁਣ ਸਾਡੇ ਵੱਲੋਂ ਇੱਥੋਂ 2 ਬੱਸਾਂ ਆ ਰਹੀਆਂ ਜੀ। ਅੱਛਾ, ਹੰਬਰਗ ਗੁਰੂ ਘਰ ਤੋਂ ਜੀ? ਗੁਰੂ ਘਰ ਵੱਲੋਂ ਹੰਬਰਗ ਗੁਰਦੁਆਰਾ ਸਿੰਘ ਸਭਾ ਤੇ ਇੱਕ ਬੱਸ ਸ਼ਾਇਦ ਸਿੱਖ ਸੈਂਟਰ ਵੱਲੋਂ ਆਵੇ। ਬੱਲੇ, ਬਹੁਤ ਚੰਗੀ ਗੱਲ ਆ ਜੀ। ਹਾਂਜੀ, ਤੇ 3 ਬੱਸਾਂ ਹੋ ਗਿਆ ਆਪਾਂ ਇੱਥੋਂ ਹੰਬਰਗ ਤੋਂ ਨਾ ਜੀ। ਤੁਹਾਡਾ ਮੈਂ ਸਫ਼ਰ ਤੁਹਾਡਾ 700-800 ਕਿਲੋਮੀਟਰ ਸਫ਼ਰ ਹੈ, ਕਿੰਨਾ ਕੁ ਸਫ਼ਰ ਤੁਹਾਡਾ ਹੰਬਰਗ ਤੋਂ ਜੀ? ਬਰਸੋਂ ਸਾਡਾ ਜ਼ਿਆਦਾ ਜੀ, 800 ਕਿਲੋਮੀਟਰ ਦੇ ਨੀਚੇ ਨਹੀਂ ਆ ਤੇ ਗਾੜੀ ਹਿਸਾਬ ਨਾਲੋਂ ਕਿੰਨਾ ਮਤਲਬ 1300 ਕਿਲੋਮੀਟਰ ਦਾ ਸਫ਼ਰ। ਵੀਰਵਾਰ ਤੁਰਾਂਗੇ ਜੀ ਇੱਥੋਂ 8-9 ਵਜੇ। 1300 ਕਿਲੋਮੀਟਰ ਦਾ ਸਫ਼ਰ ਕਰਕੇ ਤੁਸੀਂ ਜੋ ਸਿੱਖ ਪੰਥ ਦੇ ਜੋ ਆਪਣਾ ਯੋਗਦਾਨ ਪਾ ਰਹੇ ਹੋ, ਬੜਾ ਸ਼ਲਾਘਾਯੋਗ ਹੈ। ਮੈਂ ਘੱਟੋ ਘੱਟ ਤੋਂ 15 ਘੰਟੇ ਦਾ ਸਫ਼ਰ ਤੁਹਾਡਾ ਜਾਣ ਦਾ ਤੇ 6 ਘੰਟੇ ਇੱਥੇ 15 ਘੰਟੇ ਦਾ ਆਉਣ ਦਾ ਜਿਹੜਾ ਤੁਹਾਡੇ ਮਨ ਦੇ ਵਿੱਚ ਦਰਦ ਆ ਕੌਮ ਪ੍ਰਤੀ, ਉਹਦੇ ਲਈ ਅਸੀਂ ਸਾਡਾ ਸਿਰ ਝੁਕਦਾ ਤੁਹਾਡੇ ਸੰਗਤਾਂ ਦੇ ਅੱਗੇ। ਤੇ ਤੁਸੀਂ ਇੰਨਾ ਵੱਡਾ ਹੌਸਲਾ ਕਰਕੇ ਇੰਨਾ ਲੰਬਾ ਸਫ਼ਰ ਕਰਕੇ ਮੇਰੇ ਖਿਆਲ 48 ਘੰਟੇ ਤੋਂ ਉੱਪਰ ਸਮਾਂ ਤੁਹਾਨੂੰ ਲੱਗੂ ਆਉਣ ਜਾਣ ਵਾਸਤੇ ਤੇ ਪਹੁੰਚ ਰਹੇ ਹੋ ਤੁਸੀਂ। ਬਹੁਤ ਬਹੁਤ ਆਵੇ। ਕੀ ਕਹਿਣਾ ਚਾਹੋਗੇ ਤੁਸੀਂ ਸਿੱਖ ਚੈਨਲ ਦੇ ਜਰੀਏ ਹੋਰ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸਾਡਾ ਫਰਜ਼ ਬਣਦਾ ਜੀ ਵੀ ਸਾਰੇ ਸਿੱਖ ਜਿਹਦੇ ਵੀ ਸਿੱਖ ਆ ਜਿੰਨੇ ਵੀ ਸਿੱਖਾਂ ਨੂੰ ਦਰਦੀ ਆ ਸਾਰੇ ਉੱਥੇ ਇਕੱਠੇ ਹੋਣਾ ਚਾਹੀਦਾ ਤੇ ਵੱਧ ਤੋਂ ਵੱਧ ਆਪਣੀ ਉੱਥੇ ਸਮੂਲੀਅਤ ਪਾਉਣੀ ਚਾਹੀਦੀ ਆ। ਜਿਹੜੀ ਸਾਡੀ ਆਵਾਜ਼ ਆ ਇਹ ਯੂਐਨ ਵਿੱਚ ਜਾ ਸਕੇ। ਫਿਰ ਜਿਹੜੇ ਮਤਲਬ ਕਿ ਜਿਹੜੀ ਸਾਡੀ ਸਰਕਾਰ ਜਿਹੜੀ ਤੁਹਾਨੂੰ ਪਤਾ ਸਿੱਖਾਂ ਨਾਲ ਕੀ ਇਨਸਾਫ ਹੁੰਦਾ ਉਹਦੇ ਬੋਲੇ ਕਰਨਾ ਜਿਹੜਾ ਉਹਨਾਂ ਨੂੰ ਜੂਝ ਸਕੇ ਉਹ ਵੀ ਕੁਝ ਆਪਣੇ ਸਿੱਖਾਂ ਬਾਰੇ ਸੋਚਣ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਤੁਹਾਡਾ ਅਸੀਂ ਸ਼ੁਕਰੀਆ ਕਰਦੇ ਹਾਂ ਕਿਉਂ ਤੁਸੀਂ ਇਸ ਫਰਜ਼ ਨੂੰ ਸਮਝਦੇ ਹੋਏ ਇੱਕ ਸਿੱਖ ਹੋਣ ਦੇ ਨਾਤੇ, ਦੂਜਾ ਗੁਰੂ ਘਰ ਦੇ ਪ੍ਰਬੰਧ ਵਿੱਚ ਤੁਸੀਂ ਸੇਵਾਦਾਰ ਹੋਣ ਦੇ ਨਾਤੇ ਵੀ ਇੰਨਾ ਲੰਬਾ ਪੈਂਡਾ 1500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੁਸੀਂ ਉੱਥੇ ਪਹੁੰਚਣਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਸ਼ਿਸ਼ ਕਰੋ ਸੰਗਤਾਂ ਜਿੰਨੀਆਂ ਵੱਧ ਤੋਂ ਵੱਧ ਉਸ ਇਨਸਾਫ ਰੈਲੀ ਵਿੱਚ ਪਹੁੰਚ ਸਕਦੀਆਂ ਨੇ। ਭਾਊ ਜੀ ਫਿਰ ਮੈਂ ਤੁਹਾਨੂੰ ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸੁਖਵਿੰਦਰ ਸਿੰਘ ਜੀ, ਦੇਖੋ ਸਿੱਖ ਕੌਮ ਨਾਲ ਜੋ ਹੋ ਰਿਹਾ ਧੱਕਾ, ਇਹ ਹਰ ਇੱਕ ਸਿੱਖ ਤਾਂ ਨਹੀਂ ਫੀਲ ਕਰ ਰਹੇ ਇਸ ਗੱਲ ਨੂੰ। ਕੁਝ ਉਹ ਸੱਜਣ ਨੇ ਜਿਹੜੇ ਇਸ ਦਰਦ ਨੂੰ ਆਪਣਾ ਸਮਝ ਕੇ ਮਹਿਸੂਸ ਕਰ ਰਹੇ। ਹੰਬਰਗ ਤੋਂ 2 ਕੋਚਾਂ ਦਾ ਪ੍ਰਬੰਧ ਕੀਤਾ ਗਿਆ, ਹੋ ਸਕਦਾ ਜ਼ਿਆਦਾ ਵੀ ਹੋ ਜਾਵੇ। 1500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਨਸਾਫ ਲੈਣ ਵਾਸਤੇ ਸਾਨੂੰ ਅੱਜ ਯੂਐਨ ਵਿੱਚ ਘੁੰਮਣਾ ਪੈਂਦਾ ਹੈ। ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦੀ ਜਾਵਾਂ। ਪਰਸੋਂ ਜਿਹੜੀ ਗੱਲ ਹੈ, ਰਾਹੁਲ ਗਾਂਧੀ ਨੇ ਰਾਜਸਥਾਨ ਦੇ ਵਿੱਚ ਆਪਣੀ ਰੈਲੀ ਦੇ ਵਿੱਚ ਇੱਕ ਗੱਲ ਕਹੀ ਹੈ, ਪਹਿਲਾਂ ਮੇਰੀ ਮਾਂ ਨੂੰ ਮਾਰਿਆ, ਦਾਦੀ ਨੂੰ ਮਾਰਿਆ ਤੇ ਫਿਰ ਮੇਰੇ ਪਿਓ ਨੂੰ ਮਾਰਿਆ, ਅੱਜ ਮੈਨੂੰ ਵੀ ਇਹਨਾਂ ਨੇ ਮਾਰ ਦੇਣਾ ਹੈ। ਕੀ ਇਹ ਜੋ ਸਿਗਨਲ ਨੇ ਸਿੱਖਾਂ ਨੂੰ ਫਿਰ ਦੁਬਾਰਾ ਨਸਲਕੁਸ਼ੀ ਦੇ ਸਿਗਨਲ ਨਹੀਂ ਦੇ ਰਹੀ ਇਹ ਗੱਲਾਂ? ਕੀ ਕਹਿਣਾ ਚਾਹੁੰਦੇ ਤੁਸੀਂ? ਭਾਈ ਗੁਰਮੀਤ ਸਿੰਘ ਜੀ, ਇਹ ਜੋ ਵੀ ਬਿਆਨ ਚਾਹੇ ਉਹ ਭਾਜਪਾ ਵੱਲੋਂ ਆ ਰਹੇ ਆ, ਸ਼ਿਵ ਸੈਨਾ ਵੱਲੋਂ ਆ ਰਹੇ ਆ, ਜਾਂ ਕਿਸੇ ਹੋਰ ਕਾਂਗਰਸ ਵੱਲੋਂ ਆ ਰਹੇ ਆ, ਜਾਂ ਕਿਸੇ ਵਿਅਕਤੀਗਤ ਰੂਪ ਜਾਂ ਕਿਸੇ ਪਾਰਟੀ ਦੇ ਰੂਪ ਦੇ ਵਿੱਚ ਆ ਰਹੇ ਆ ਜੀ, ਸਾਰੇ ਦੇ ਸਾਰੇ ਇਸ ਚੀਜ਼ ਦਾ ਸੰਕੇਤ ਦਿੰਦੇ ਆ ਕਿ ਇਹਨਾਂ ਨੂੰ ਜਦ ਤੱਕ ਅਸੀਂ ਦੋਸ਼ੀਆਂ ਦੇ ਲਾਈਨ ਦੇ ਵਿੱਚ ਨਹੀਂ ਖੜੇ ਕਰਾਂਗੇ ਤਦ ਤੱਕ ਸਾਡਾ ਮਕਸਦ ਜਿਹੜਾ ਹੱਲ ਨਹੀਂ ਹੁੰਦਾ ਜੀ। ਔਰ ਇਸ ਚੀਜ਼ ਨੂੰ ਸਾਬਤ ਕਰਨ ਦੇ ਵਾਸਤੇ ਇਸ ਤਰ੍ਹਾਂ ਦੇ ਬੇਹੂਦਾ, ਬੇਤੁਕੇ ਔਰ ਬੇਸਿਰ ਪੈਰ ਜਿਹੜੇ ਬਿਆਨ ਆ ਉਹ ਕਦੀ ਕਿਸੇ ਵੱਲੋਂ ਔਰ ਕਦੀ ਕਿਸੇ ਵੱਲੋਂ ਦਾਗੇ ਜਾਂਦੇ ਆ। ਕੇਵਲ ਤੇ ਕੇਵਲ ਸਿੱਖਾਂ ਦਾ ਇਹ ਗੱਲ ਨਹੀਂ, ਈਸਾਈਆਂ ਦੇ ਨਾਲ ਜੋ ਕੁਝ ਹੋਇਆ, ਮੁਸਲਮਾਨਾਂ ਦੇ ਨਾਲ ਜੋ ਕੁਝ ਹੋਇਆ, ਬੋਧੀਆਂ ਦੇ ਨਾਲ ਜੋ ਕੁਝ ਹੋ ਰਿਹਾ ਜੀ, ਉਹ ਵੀ ਇੱਕ ਇਸੇ ਕੜੀ ਦਾ ਹਿੱਸਾ ਵੀ ਅਸੀਂ ਸੱਚੇ ਵੀ ਰਹੀਏ ਤੇ ਦੋਸ਼ੀ ਵੀ ਇਹਨਾਂ ਨੂੰ ਗਰਦਾਨ ਦਈਏ, ਤਾਂ ਕਿ ਜਿਹੜੀ ਬਾਹਰਲੀ ਸਪੋਰਟ ਆ, ਜਿਹੜੀਆਂ ਬਾਹਰਲੀਆਂ ਸਰਕਾਰਾਂ ਦੀ ਸਪੋਰਟ ਆ ਜਾਂ ਕਿਸੇ ਹੋਰ ਸੰਸਥਾਵਾਂ ਦੀ ਸਪੋਰਟ ਆ, ਉਹ ਘੱਟ ਗਿਣਤੀਆਂ ਨੂੰ ਨਾ ਮਿਲ ਸਕੇ। ਅਸੀਂ ਗੁਰੂ ਸਾਹਿਬਾਂ ਤੋਂ ਲੈ ਕੇ, ਕਾਲ ਤੋਂ ਲੈ ਕੇ ਸਾਨੂੰ ਸੁਚੇਤ ਕੀਤਾ ਸੀ, ਲੇਕਿਨ ਅਸੀਂ ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਜਾਂ ਸਮਝ ਨਹੀਂ ਸਕੇ ਜਾਂ ਅਸੀਂ ਪਹਿਰਾ ਨਹੀਂ ਦਿੱਤਾ। ਕਿਤੇ ਨਾ ਕਿਤੇ ਪਤਾ ਹੀ ਅਗਰ ਕਾਲਰ ਆਪਣੇ ਨਾਲ ਜੁੜੇ ਨੇ ਟੈਲੀਫੋਨ ਤੇ, ਆਪਾਂ ਉਹਨਾਂ ਨਾਲ ਗੱਲ ਕਰ ਲਈਏ ਜਾਂ ਤਾਂ ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਮੈਂ ਬਲਕਾਰ ਸਿੰਘ ਬੋਲ ਰਿਹਾ ਜੀ। ਕਿੱਥੋਂ ਭਾਜੀ, ਕਿਸ ਜਗ੍ਹਾ ਤੋਂ ਬੋਲ ਰਹੇ ਹੋ ਬਲਕਾਰ ਸਿੰਘ ਜੀ?
ਮੈਂ ਭਾਜੀ ਇੱਥੋਂ ਟਿਬਿੰਗਨ ਤੋਂ ਬੋਲ ਰਿਹਾ ਜੀ। ਟਿਬਿੰਗਨ ਗੁਰੂ ਘਰ ਤੋਂ ਭਾਈ ਬਲਕਾਰ ਸਿੰਘ ਜੀ। ਹਾਂਜੀ ਭਾਈ ਸਾਹਿਬ ਜੀ, ਜੋ 1 ਨਵੰਬਰ ਨੂੰ ਆਪਣੀ ਜੋ ਸਿੱਖ ਫਾਰ ਜਸਟਿਸ ਵੱਲੋਂ ਜੋ ਇਨਸਾਫ ਰੈਲੀ ਰੱਖੀ ਗਈ ਹੈ ਜਨੇਵਾ ਦੇ ਵਿੱਚ, ਉਹਦੇ ਬਾਰੇ ਤੁਹਾਡੇ ਵੱਲੋਂ ਕਿੰਨੀਆਂ ਸੰਗਤਾਂ ਪ੍ਰਬੰਧ ਕੀਤੇ ਗਏ ਨੇ? ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਉਸ ਰੈਲੀ ਵਿੱਚ ਪਹੁੰਚਣ ਵਾਸਤੇ? ਦੇਖੋ ਜੀ, ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਟਿਬਿੰਗਨ ਵੱਲੋਂ ਵੀ ਤੇ ਗੁਰਦੁਆਰਾ ਸਾਹਿਬ ਸਟੁੱਟਗਰਡ ਵੱਲੋਂ ਵੀ ਜਿੰਨੀ ਵੀ ਵੱਧ ਤੋਂ ਵੱਧ ਸੰਗਤ ਹੋ ਸਕੇ ਬੱਸਾਂ ਵਿੱਚ, ਕਾਰਾਂ ਵਿੱਚ ਉੱਥੇ ਪਹੁੰਚਾਈ ਜਾਵੇ ਔਰ ਸਾਰੇ ਸਮੂਹ ਸੰਗਤ ਨੂੰ ਯੂਰਪ ਲੈਵਲ ਦੇ ਉੱਤੇ ਤੇ ਜਰਮਨ ਲੈਵਲ ਉੱਤੇ ਤੇ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸੰਗਤ ਲੈ ਕੇ ਤੇ ਨਾਲ ਆਪਣੀ ਪਟੀਸ਼ਨ ਦੇ ਤੇ ਸਾਈਨ ਕਰਵਾ ਕੇ ਤੇ ਉੱਥੇ ਪਹੁੰਚਣ ਤਾਂ ਕਿ ਅਸੀਂ ਜਨੇਵਾ ਦੇ ਵਿੱਚ ਜਾ ਕੇ ਇੰਡੀਆ ਗਵਰਨਮੈਂਟ ਦਾ ਅਗੇਂਸਟ ਜਿਹੜਾ ਕਿ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਸਿੱਖ ਜੀਨੋਸਾਈਡ ਕੀਤਾ ਗਿਆ ਵਾ ਨਵੰਬਰ ਦੇ ਵਿੱਚ, ਉਹਦੀ ਪਟੀਸ਼ਨ ਜਿਹੜੀ ਉੱਥੇ ਜਨੇਵਾ ਦੇ ਵਿੱਚ ਪਾ ਸਕੀਏ ਕਿ ਸਾਡੇ ਨਾਲ ਇੰਟਰਨੈਸ਼ਨਲ ਲੈਵਲ ਦਾ ਧੱਕਾ ਹੋਇਆ ਵਾ, ਸਾਨੂੰ 2 ਨੰਬਰ ਦਾ ਸ਼ਹਿਰੀ ਗਰਦਾਨਿਆ ਗਿਆ ਵਾ, ਜਦ ਤੱਕ ਅਸੀਂ ਗੁਲਾਮ ਕੌਮ ਆ ਤੇ ਸਾਡੇ ਨਾਲ ਹਰ ਜਗ੍ਹਾ ਧੱਕਾ ਹੋ ਰਿਹਾ। ਭਾਈ ਬਲਕਾਰ ਸਿੰਘ ਜੀ, ਤੁਸੀਂ ਹਿਊਮਨ ਰਾਈਟਸ ਨਾਲ ਬੜੇ ਲੰਬੇ ਸਮੇਂ ਤੋਂ ਕੰਮ ਵੀ ਕਰ ਰਹੇ ਹੋ। ਮੈਂ ਜਨੇਵਾ ਵਿੱਚ ਜਦੋਂ ਸਵਿਸ ਸੀ ਉਦੋਂ ਵੀ ਤੁਸੀਂ ਕਾਫੀ ਕੁਝ ਹਿਊਮਨ ਰਾਈਟਸ ਨਾਲ ਕੰਮ ਕਰ ਰਹੇ ਹੋ। ਕੀ ਤੁਸੀਂ ਇਹ ਇਸ਼ੂ ਦੇ ਉੱਪਰ, ਇਸ ਵਿਸ਼ੇ ਦੇ ਉੱਪਰ ਹਿਊਮਨ ਰਾਈਟਸ ਨਾਲ ਆਪਣੀ ਏਰੀਆ ਵਿੱਚ ਕਿਤੇ ਗੱਲ ਕੀਤੀ ਹੈ ਜਾਂ ਤੁਸੀਂ ਅਜੇ ਜਨੇਵਾ ਵਿੱਚ ਜਾਂ ਹੋਰ ਕਿਸੇ ਪਾਸੇ? ਹਾਂਜੀ, ਮੈਂ ਐਮਨੈਸਟੀ ਇੰਟਰਨੈਸ਼ਨਲ ਦੇ ਨਾਲ ਵੀ ਕਾਫੀ ਲਿੰਕਡ ਰਿਹਾ ਤੇ ਇੱਥੇ ਵੀ ਜਦੋਂ ਉਹਨਾਂ ਨੇ ਆਪਣੇ ਭਾਈ ਗੁਰਦੇਵ ਸਿੰਘ ਕਾਉਕਰ ਨੂੰ ਸ਼ਹੀਦ ਕੀਤਾ ਜੀ, ਉਸ ਟਾਈਮ ਤੇ ਐਮਨੈਸਟੀ ਇੰਟਰਨੈਸ਼ਨਲ ਦੇ ਜਿਹੜਾ ਮੈਗਜ਼ੀਨ ਸਾਹਿਬ ਦਾ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਦੇਖਦੇ ਭਾਈ ਕਾਉਕਰ ਦੀ ਫੋਟੋ ਸਾਹਿਬ ਜੋ ਵੀ ਨਾ ਟਾਰਚਰ ਕਰਕੇ ਉਹਦੀਆਂ ਲੱਤਾਂ ਬਾਹਾਂ ਤੋੜੀਆਂ ਸੀ ਉਹ ਸਾਰੀ ਫੋਟੋ ਵਿੱਚ ਲਗਾ ਕੇ ਤੇ ਇੰਡੀਆ ਗਵਰਨਮੈਂਟ ਜੋ ਸਾਡਾ ਧੱਕਾ ਕਰ ਰਹੀ ਉਹਦੀ ਸਾਰੀ ਰਿਪੋਰਟ ਇੱਥੇ ਲਵਾਈ ਸੀ ਐਮਨੈਸਟੀ ਇੰਟਰਨੈਸ਼ਨਲ ਦੇ ਰਸਾਲੇ ਵਿੱਚ। ਔਰ ਇੱਥੋਂ ਦੀ ਜਿਹੜੀ ਗਵਰਨਮੈਂਟ ਹੈਗੀ ਆ ਆਪਣਾ ਹੈਲਮਟ ਕੋਲ ਦੇ ਟਾਈਮ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨਾਲ ਸਾਰਿਆਂ ਨਾਲ ਕੰਟੈਕਟ ਖਿੱਚਿਆ ਤੇ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਰਹੀਦਾ, ਜਾਣੂ ਕਰਾਉਂਦੇ ਰਹੀਦਾ। ਜੇ ਜਦ ਇਹਨਾਂ ਨੇ ਖਾਲੜਾ ਸਾਹਿਬ ਨੂੰ ਚੱਕਿਆ ਸੀ ਉਹ ਟਾਈਮ ਤੇ ਹੈਲਮਟ ਕੋਲ ਨੂੰ ਲੈਟਰ ਲਿਖਿਆ ਸੀ ਕਿ ਇੰਟਰ ਗਵਰਨਮੈਂਟ ਨਾਲ ਆਪਣੇ ਸੰਬੰਧ ਤੋੜੋ। ਇਹਨਾਂ ਨੇ ਉਸ ਟਾਈਮ ਤੇ ਵੀ ਲੈਟਰ ਦਿੱਤਾ, ਜਵਾਬ ਦਿੱਤਾ ਹੈਲਮਟ ਕੋਲ ਨੇ ਵੀ ਅਸੀਂ ਮਤਲਬ ਇੰਡੀਆ ਗਵਰਨਮੈਂਟ ਆਪਣੀ ਜਿਹੜੀ ਸਾਡੀ ਐਮਬੈਸੀ ਹੈਗੀ ਆ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਕਨੈਕਟ ਕਰਕੇ ਤੇ ਇੰਡੀਆ ਗਵਰਨਮੈਂਟ ਦੇ ਪ੍ਰੈਸ਼ਰ ਪਾ ਰਹੇ ਹਾਂ ਕਿ ਜਿਹੜੀ ਲੰਘਣਾ ਕੀਤੀ ਜਾਂਦੀ ਉਹਨੂੰ ਬੰਦ ਕੀਤਾ ਜਾਵੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਤੁਸੀਂ ਇੱਕ ਸਿੱਖ ਹੋਣ ਦੇ ਨਾਤੇ ਆਪਣੇ ਫਰਜ਼ ਨੂੰ ਸਮਝਦੇ ਹੋਏ ਹਿਊਮਨ ਰਾਈਟਸ ਗਰੁੱਪਾਂ ਨਾਲ ਮਿਸਟਰੀ ਇੰਟਰਨੈਸ਼ਨਲ ਹੋਰ ਥਾਂ ਤੇ ਤੁਸੀਂ ਉਪਰਾਲੇ ਕਰਕੇ ਪੋਲੀਟੀਕਲ ਤੌਰ ਤੇ ਜੋ ਕਰ ਰਹੇ ਹੋ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਕਾਲ ਕਰਨ ਲਈ ਆਪ ਜੀ ਦਾ ਧੰਨਵਾਦ। ਤੇ ਆਇਓ ਆਪਾਂ 1 ਨਵੰਬਰ ਨੂੰ ਵੱਧ ਤੋਂ ਵੱਧ ਸੰਗਤ ਨੂੰ ਨਾਲ ਲੈ ਕੇ ਆਇਓ। ਤੇ ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਮੈਂ ਸਮੂਹ ਸੰਗਤ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਕਿਉਂਕਿ ਸਾਡਾ ਹਰ ਇੱਕ ਦਾ ਫਰਜ਼ ਬਣਦਾ ਆ ਸਿੱਖ ਹੋਣ ਦੇ ਨਾਤੇ ਜੋ ਸਾਡਾ ਧੱਕਾ ਵੀ ਸਾਨੂੰ ਉੱਥੇ ਪਹੁੰਚਣਾ ਚਾਹੀਦਾ ਤੇ ਹਰ ਇੱਕ ਆਪਣੇ ਕੰਮਾਂ ਤੋਂ ਵੇਲ ਕਰਕੇ। ਔਰ ਖੁਸ਼ੀ ਦੀ ਗੱਲ ਹੈ ਕਿ ਜਰਮਨ ਦੇ ਵਿੱਚ ਛੁੱਟੀ ਆ, ਇਹਦਾ ਬਹਾਨਾ ਨਹੀਂ ਚੱਲ ਸਕਦਾ, ਇਸ ਕਰਕੇ ਸਾਰੇ ਪਹੁੰਚਣ ਦੀ ਕਿਰਪਾਲਤਾ ਕਰੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੁਖਵਿੰਦਰ ਸਿੰਘ ਜੀ, ਤੁਸੀਂ ਗੱਲ ਕਰ ਰਹੇ ਸੀ, ਗੱਲ ਨੂੰ ਕੰਪਲੀਟ ਕਰ ਦਿਓ ਜਿਸ ਤਰ੍ਹਾਂ ਸਿੱਖਾਂ ਨਾਲ। ਹਾਂਜੀ, ਇਹ ਗੱਲ ਚੱਲ ਰਹੀ ਸੀ ਰਾਹੁਲ ਗਾਂਧੀ ਦੇ ਬਿਆਨ ਦੀ। ਜੀ ਦੇਖੋ, ਇਹ ਰਾਹੁਲ ਗਾਂਧੀ ਦਾ ਬਿਆਨ ਹਿੰਦੁਸਤਾਨ ਦੇ ਵਿੱਚ ਹਿੰਦੂਤਵੀ ਸੋਚ ਨੂੰ ਅਪਲਾਈ ਕਰਨ ਦੇ ਵਾਸਤੇ ਉਹਨਾਂ ਕੋਲ 2 ਟੀਮਾਂ ਨੇ, ਇੱਕ ਭਾਜਪਾ ਤੇ ਇੱਕ ਕਾਂਗਰਸ। ਚਾਹੇ ਉਹਨੂੰ ਮੂਹਰਾ ਬਣਾ ਦਿੰਦੇ ਚਾਹੇ ਉਹਨੂੰ ਮੂਹਰਾ ਬਣਾ ਦਿੰਦੇ, ਬੋਲੀ ਦੋਹਾਂ ਦੇ ਇੱਕੋ ਹੀ ਤਾਂ ਨਿਸ਼ਾਨਾ ਵੀ ਦੋਹਾਂ ਦੇ ਇੱਕੋ ਹੀ ਹੈ। ਬੋਲੀ ਇੱਕੋ ਆ, ਨਿਸ਼ਾਨਾ ਇੱਕੋ ਆ। ਕੇਵਲ ਤੇ ਕੇਵਲ ਵੋਟਾਂ ਨੂੰ ਰਾਜ ਸੱਤਾ ਪ੍ਰਾਪਤ ਕਰਨ ਦੇ ਵਾਸਤੇ ਇੱਕ ਸਟੰਟ ਹੈ ਕਿ ਤਾਂ ਕਿ ਸਾਨੂੰ ਵੋਟਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਿਲ ਜਾਣ। ਪੰਜਾਬ ਦੇ ਵਿੱਚੋਂ ਉਹਨਾਂ ਨੂੰ ਕੋਈ ਕਾਂਗਰਸ ਨੂੰ ਬਹੁਤੀ ਹਮਾਇਤ ਮਿਲਣ ਦੀ ਕੋਈ ਉਮੀਦ ਨਹੀਂ। ਇਸ ਵਾਸਤੇ ਬਾਹਰਲੇ ਜਿਹੜੇ ਲੋਕ ਹੈਗੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਕਿ ਦੇਖੋ ਮੇਰੀ ਦਾਦੀ ਦਾ ਕਤਲ ਕੀਤਾ, ਮੇਰੇ ਬਾਪ ਦਾ ਕਤਲ ਹੋਇਆ ਤੇ ਹੁਣ ਮੈਂ ਵੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਆ। ਇਹ ਕਿਹਦੇ ਵੱਲ ਇਸ਼ਾਰਾ ਕਰਦਾ, ਕਿਸ ਚੀਜ਼ ਵੱਲ ਇਸ਼ਾਰਾ ਕਰਦਾ? ਰਾਹੁਲ ਗਾਂਧੀ ਨੂੰ ਇਹ ਨਹੀਂ ਪਤਾ ਕਿ ਜੋ ਕੁਛ ਉਹਦੀ ਦਾਦੀ ਨੇ ਕੀਤਾ, ਜੋ ਕੁਛ ਉਹਦੇ ਬਾਪ ਨੇ ਕੀਤਾ, ਸ਼ਰੇਆਮ ਇੰਦਰਾ ਗਾਂਧੀ ਦੀ ਮੌਤ ਦੇ ਬਾਅਦ ਉਹਨਾਂ ਨੇ ਆਪਣੀ ਇੱਕ ਮੀਟਿੰਗ ਸੱਦੀ, ਸਾਰਾ ਜੋ ਅਮਲਾ ਫੈਲਾ ਕਾਂਗਰਸ ਦਾ ਨਾਲ ਲਿਆ ਔਰ ਪੂਰੇ ਪਲਾਨ ਤਰੀਕੇ ਦੇ ਨਾਲ ਸਾਰੇ ਉਹਨਾਂ ਨੂੰ ਅਖਤਿਆਰ ਦੇ ਕੇ ਵੀ ਤੁਹਾਨੂੰ ਕੁਛ ਨਹੀਂ ਹੋਗਾ। ਆ ਜਿਹੜੀ ਇਨਸਾਫ ਰੈਲੀ ਦੀ ਅਸੀਂ ਮੰਗ ਕਰ ਰਹੇ ਹਾਂ, ਇਹਦਾ ਬੀਜ ਇੰਦਰਾ ਗਾਂਧੀ ਨੇ ਬੋਇਆ ਔਰ ਇਹਦਾ ਬੀਜ ਨੂੰ ਪਾਣੀ ਜਿਹੜਾ ਦਿੱਤਾ ਉਹ ਰਾਜੀਵ ਗਾਂਧੀ ਨੇ ਦਿੱਤਾ। ਨਹੀਂ ਤਾਂ ਸਾਨੂੰ ਇੱਥੇ ਜਨੇਵਾ ਦੇ ਤੱਕ ਪਹੁੰਚ ਕੇ ਇਨਸਾਫ ਰੈਲੀਆਂ ਕਰਨ ਦੀ ਕੋਈ ਜ਼ਰੂਰਤ ਨਹੀਂ ਸੀਗੀ। ਭਾਈ ਅਮਰਜੀਤ ਸਿੰਘ ਜੀ, ਜੇ ਗੜੀ ਗੱਲ ਭਾਈ ਸੁਖਵਿੰਦਰ ਸੋਹਣਾ ਨੇ ਕੀਤੀ ਹੈ, ਇਹ ਗੱਲ ਬਿਲਕੁਲ ਸਾਹਮਣੇ ਸਿੱਖ ਚੈਨਲ ਜੋ ਹੈ ਇੱਕ ਮੀਡੀਆ ਜਿਹੜਾ ਆਪਣੇ ਵਿਚਾਰ ਸੰਗਤਾਂ ਦੇ ਰਾਹੀਂ ਸੰਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ, ਇਹ ਆਪਣਾ ਫਰਜ਼ ਨਿਭਾ ਰਿਹਾ। ਅੱਜ ਤੁਹਾਨੂੰ ਫਿਰ ਸਿੱਖ ਚੈਨਲ ਦੇ ਜ਼ਰੀਏ ਸੁਚੇਤ ਕਰ ਰਹੇ ਹਾਂ ਸਿੱਖ ਸੰਗਤਾਂ ਨੂੰ, ਹਿੰਦੁਸਤਾਨ ਇੰਡੀਆ ਦੇ ਵਿੱਚ ਬੈਠੀਆਂ ਉਹ ਸੰਗਤਾਂ ਨੂੰ ਜਿਨ੍ਹਾਂ ਵੱਲ ਅੱਜ ਫਿਰ ਇਸ਼ਾਰਾ ਕਰਕੇ, ਕਿਉਂਕਿ ਦੁਸ਼ਮਣ ਇੱਕ ਪਲੇਟਫਾਰਮ ਤੇ ਇਕੱਠਾ ਹੈ। ਅਸੀਂ ਦੁਸ਼ਮਣ ਸਾਡਾ ਇੱਕ ਪਲੇਟਫਾਰਮ ਦੇ, ਪਰ ਅਸੀਂ ਸਾਡੇ ਇਕੱਲੇ ਦਾ ਆਪੋ ਆਪਣਾ ਪਲੇਟਫਾਰਮ ਬਣਾਇਆ ਹੋਇਆ। ਅਸੀਂ ਸੁਚੇਤ ਹੋਈਏ ਉਹਨਾਂ ਗੱਲਾਂ ਤੋਂ ਜਿਹੜੀਆਂ ਅੱਜ ਭਾਜਪਾ ਵੀ ਕਰ ਰਿਹਾ, ਜੋ ਗੁਜਰਾਤ ਵਿੱਚ ਸਿੱਖਾਂ ਨਾਲ ਹੋ ਰਿਹਾ। ਉਹਨਾਂ ਦੀ ਜ਼ਮੀਨਾਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਨੇ,
ਭਾਜਪਾ ਵੀ ਸਿੱਖਾਂ ਦੀ ਦੁਸ਼ਮਣ ਹੈ ਤੇ ਹਿੰਦੁਸਤਾਨ ਦੀ ਜੋ ਇਸ ਵੇਲੇ ਕਾਂਗਰਸ ਸਰਕਾਰ ਆ ਉਹ ਵੀ ਸਿੱਖਾਂ ਦੀ ਇੱਕ ਨੰਬਰ ਦੁਸ਼ਮਣ ਹੈ। ਦੁਸ਼ਮਣ ਇੱਕ ਪਲੇਟਫਾਰਮ ਤੇ ਆ, ਆਪਾਂ ਨੂੰ ਏਕਤਾ ਕਰਨ ਦੀ ਲੋੜ ਆ। ਆਪਾਂ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਗੱਲ ਕਰੀਏ। ਭਾਈ ਸਾਹਿਬ ਜੀ, ਜਿਹੜੀ ਗੱਲ ਆਪਾਂ ਕੀਤੀ ਭਾਈ ਸੁਖਵਿੰਦਰ ਸਿੰਘ ਉਹਨਾਂ ਨੇ, ਭਾਜਪਾ ਦਾ ਤੇ ਦੂਜੀ ਦਾ ਕਾਂਗਰਸ ਦਾ ਪਲੇਟਫਾਰਮ ਇੱਕ ਆ, ਦੁਸ਼ਮਣ ਕੋਲ ਇੱਕੋ ਹਥਿਆਰ ਨੇ। ਭਾਜਪਾ ਨੇ ਉਦੋਂ ਅਡਵਾਨੀ ਨੇ ਵੀ ਇਹੀ ਗੱਲ ਕਹੀ ਸੀ ਕਿ ਦਰਬਾਰ ਸਾਹਿਬ ਅਟੈਕ ਅੱਜ ਤੋਂ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ। ਦੁਸ਼ਮਣ ਇੱਕ ਹੈ। ਸਾਨੂੰ ਅੱਜ ਏਕਤਾ ਦੀ ਕਿੰਨੀ ਕੁ ਲੋੜ ਹੈ ਜਿਹੜੀ ਅਸੀਂ ਆਪਣੀ ਸਿੱਖ ਕੌਮ ਦਾ ਜੋ ਅੱਜ 29 ਸਾਲ ਬਾਅਦ ਵੀ ਦੁਖਾਂਤ ਲਈ ਅਪੀਲਾਂ ਕਰਨ ਵਾਸਤੇ ਜਿੰਨੇਵਾਰ ਜਾ ਰਹੇ ਹਾਂ, ਇਹ ਸਾਨੂੰ ਨਾ ਕਰਨਾ ਪਵੇ। ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਇਹ ਕਹਾਂਗਾ ਮਿੰਚਨ ਦੇ ਗੁਰੂ ਘਰ ਦੇ ਪ੍ਰਬੰਧਕ ਦੇ ਸੇਵਾਦਾਰ ਦਾ ਫੋਨ ਆਇਆ ਸੀ ਹੁਣੇ ਜੀ, ਜਿਸ 'ਚ ਉਹਨਾਂ ਨੇ ਕਿਹਾ ਵੀ ਸਾਨੂੰ ਆਪਣੇ ਸਾਰਿਆਂ ਨੂੰ ਸਾਨੂੰ ਇਕੱਠੇ ਹੋਣਾ ਚਾਹੀਦਾ, ਆਪਣੇ ਮਤਭੇਦ ਦੂਰ ਕਰਨੇ ਚਾਹੀਦੇ। ਬਿਲਕੁਲ ਜੀ। ਜੇਕਰ ਅਸੀਂ ਜਿੰਨਾ ਚਿਰ ਅਸੀਂ ਆਪਣੇ ਮਤਭਾਵ ਜੋ ਵੀ ਆਪਣੇ ਹੈਗੇ ਦੂਰ ਫਰੈਕਸ਼ਨਾਂ ਪਈਆਂ ਨੇ, ਜਿੰਨਾ ਚਿਰ ਸਿੱਖ ਕੌਮ ਇਹ ਆਪਣੇ 'ਚ ਮਤਭੇਦ ਦੂਰ ਨਹੀਂ ਕਰਦੀ, ਉਹਨਾਂ ਚਿਰ ਸਿੱਖ ਕੌਮ ਅੱਗੇ ਨੂੰ ਤੁਰ ਸਕਦੀ। ਬਿਲਕੁਲ ਠੀਕ ਹੈ ਜੀ। ਜੇਕਰ ਤੁਸੀਂ ਇੱਥੇ ਦੇ ਹਾਲਾਤ ਲੈ ਲਓ, ਤੁਸੀਂ ਜਿੰਨਾ ਚਿਰ ਅਸੀਂ ਇੱਥੇ ਨਹੀਂ ਇਕੱਠੇ ਹੁੰਦੇ ਜੀ, ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਸਾਰਿਆਂ ਨੂੰ ਪਤਾ ਹੈ। ਅਸੀਂ ਹੁਣੇ ਭਾਈ ਸੁਖਵਿੰਦਰ ਸਿੰਘ ਉਹਨਾਂ ਬਿਆਨ ਦਿੱਤੇ ਨੇ, ਆਪਣੇ ਵਿਚਾਰ ਦੱਸੇ ਨੇ ਵੀ ਭਾਜਪਾ ਤੇ ਕਾਂਗਰਸ ਸਿੱਖਾਂ ਦੇ ਦੋਨੇ ਵਿਰੋਧੀ ਨੇ ਜੀ। ਇਹ ਕਿਹਨੂੰ ਨਹੀਂ ਪਤਾ। ਕੀ ਗੱਲ ਅਕਾਲੀ ਗਵਰਨਮੈਂਟ ਸਿੱਖਾਂ ਦੀ ਗਵਰਨਮੈਂਟ ਨਹੀਂ ਹੈਗੀ? ਅਕਾਲੀ ਗਵਰਨਮੈਂਟ ਵੀ ਸਿੱਖਾਂ ਦੀ ਉਹ ਗਵਰਨਮੈਂਟ ਕਿੰਨੀ ਕੁ ਹਿੱਤ 'ਚ ਭੁਗਤ ਰਹੀ ਹੈ। ਹਾਂਜੀ, ਉਹ ਕਿਹਦੇ ਹਿੱਤ 'ਚ ਭੁਗਤ ਰਹੀ ਹੈ? ਹੂੰ ਉਹ ਭਾਰਵਾਦੀ ਭਾਈਵਾਲ। ਹੂੰ ਜੇ ਤਾਂ ਆਪਾਂ ਗੱਲ ਕਰਦੇ ਹਾਂ ਗੁਜਰਾਤ ਦੇ ਸਿੱਖਾਂ ਦੀ, ਕੀ ਗੱਲ ਇਹ ਗੁਜਰਾਤ ਦੇ ਸਿੱਖਾਂ ਦੀ ਗੱਲ ਹੋਣੀ ਸੀਗੀ? ਇਲੈਕਸ਼ਨ ਦੇ ਟਾਈਮ ਤੇ ਹੋਣੀ ਸੀਗੀ? ਕੀ ਗੱਲ ਬਾਦਲ ਨੂੰ ਉਦੋਂ ਨਹੀਂ ਸੀ ਪਤਾ ਵੀ ਸਿੱਖਾਂ ਦੀ ਗੱਲ ਹੋ ਰਹੀ ਹੈ? ਇਹ ਜੋ ਕੁਝ ਹੋ ਰਿਹਾ ਹੈ ਸਾਰੀ ਮਿਲੀ ਭੁਗਤ ਹੁੰਦੀ ਹੈ। ਜੋ ਕੁਝ ਗੁਜਰਾਤ ਦੇ ਵਿੱਚ ਹੋਇਆ, ਦਾਦਾ ਗੁਜਰਾਤ ਨਾਲ ਸੰਬੰਧਿਤ ਹੈ ਜੀ, ਮੇਰੀ ਵੀ ਉੱਥੇ ਜਾਇਦਾਦ ਹੈ। ਠੀਕ ਹੈ। ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖੀਏ, ਉਹਨਾਂ ਨੇ ਜੋ ਗੁਜਰਾਤ ਦਾ ਮੋਦੀ ਨੇ ਸਿੱਖਾਂ ਦੀ ਜ਼ਮੀਨ ਮੁਕੈਰ ਕੀਤੀ ਹੈ, ਜੀ, ਬਿਲਕੁਲ ਸੱਚ ਹੈ। ਪਰ ਬਾਦਲ ਨੇ ਹੁਣ ਉਹਨਾਂ ਕਹਿਤਾ ਵੀ ਚਲੋ ਜੀ ਮੈਂ ਇਹਨਾਂ ਨੂੰ ਸੰਭਾਲ ਕੇ ਸਾਰਾ ਫੈਸਲਾ ਕਰਾ ਦਾਂਗੇ। ਚਲੋ ਕੋਰਟ ਵਿੱਚ ਕੇਸ ਕਰ ਦਿੱਤਾ, ਜੋ ਵੀ ਕੁਝ ਹੋਇਆ ਹੈਗਾ ਜੀ। ਮੈਂ ਕੋਰਟ 'ਚ ਗਿਆ, ਸੁਖਬੀਰ ਬਾਦਲ ਦਿੱਲੀ ਜਾ ਕੇ ਜੋ ਵੀ ਉਹਨੂੰ ਕੀਤਾ ਹੈਗਾ। ਕੀ ਗੱਲ ਇਹਨਾਂ ਨੂੰ ਪਹਿਲਾਂ ਇਹਨਾਂ ਗੱਲਾਂ ਦਾ ਨਹੀਂ ਪਤਾ ਹੈਗਾ? ਜੇ ਸਿੱਖ ਕੌਮ ਨੂੰ ਸਾਰਿਆਂ ਨੂੰ ਪਤਾ ਭਾਜਪਾ ਸਾਡੀ ਵਿਰੋਧੀ ਹੈ, ਤੇ ਅਸੀਂ ਉਸ ਅਕਾਲੀ ਗੌਰਮੈਂਟ ਨੂੰ ਕਿਉਂ ਮਤਲਬ ਅੱਗੇ ਲਿਆ ਰਹੇ ਹਾਂ? ਭਾਈ ਸਾਹਿਬ ਭਾਵੇਂ ਕਿ ਕਾਂਗਰਸ ਆਪਾਂ ਅੱਗੇ ਗੱਲ ਤੋਰਦੇ ਰਹਾਂਗੇ। ਇਜਾਜ਼ਤ ਹੋਵੇ ਤੇ ਕਾਲ ਲੈ ਲਈ ਅਗਲੀ ਜੀ। ਹਾਂਜੀ ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਲ ਡ੍ਰੌਪ ਹੋ ਗਈ ਜੀ। ਹਾਂਜੀ, ਮੈਂ ਤੇ ਸਾਰੇ ਐਂਡ ਫੈਕਟ ਇਹੀ ਹੈ ਜੀ, ਮੈਂ ਤੇ ਸਾਰੀ ਸਿੱਖ ਕੌਮ ਨੂੰ, ਜਿਨ੍ਹਾਂ ਨੇ ਇਹ ਦਰਦ ਦੇਖਿਆ ਜੀ, ਜਿਨ੍ਹਾਂ ਨੂੰ ਪਤਾ, ਜੇਕਰ ਅੱਜ ਰਾਹੁਲ ਗਾਂਧੀ ਆਪਣੇ ਬਿਆਨ ਦੇ ਰਿਹਾ, ਉਹ ਇਸ਼ਾਰਾ ਸਿੱਧਾ ਸਿੱਖ ਕੌਮ ਨੂੰ ਹੈ। ਬਿਲਕੁਲ ਇਹ 'ਚ ਬਿਲਕੁਲ ਕੋਈ ਦੋ ਰਾਵਾਂ ਨਹੀਂ ਹੈਗੀਆਂ। ਜੀ। ਉਹ ਇਸ਼ਾਰਾ ਸਿੱਖ ਕੌਮ ਨੂੰ ਕਰ ਰਿਹਾ ਤਾਂ ਕਿ ਜਿਹੜੀ ਸਿੱਖ ਕੌਮ ਹੈ ਇਹ ਬਦਨਾਮ ਹੋਵੇ। ਤੇ ਇਹਨਾਂ ਨੂੰ ਜਿਸ ਤਰ੍ਹਾਂ ਇੱਥੇ ਪੀੜੀ ਜਾ ਰਿਹਾ, ਇਸੇ ਤਰ੍ਹਾਂ ਹੀ ਇਹਨਾਂ ਨੂੰ ਚੱਕੀ ਦੇ ਵਿੱਚ ਪੀੜਿਆ ਜਾਵੇ ਤੇ ਇੱਥੇ ਰਹਿਣਾ। ਤੇ ਮੈਂ ਤਾਂ ਸਾਰੀ ਸਿੱਖ ਕੌਮ ਨੂੰ ਇਹੀ ਬੇਨਤੀ ਕਰੂੰਗਾ, ਆਹ ਗੁਰੂ ਪਿਆਰਿਓ, ਸਾਰੇ ਜਿੰਨੇ ਵੀ ਆ, ਜਿੰਨੇ ਗੁਰੂ ਨਾਨਕ ਨਾਮ ਲੈਵਾ ਜੀ, ਉਹ ਸਾਰੇ ਇਕੱਠੇ ਹੋਣ। ਤੇ ਅੱਜ ਜਨੇਵਾ ਜਿਹੜੀ ਕਾਨਫਰੰਸ ਹੋ ਰਹੀ ਹੈ, ਇਹਦੇ ਵਿੱਚ ਸਾਰੇ ਜਿੰਨੇ ਵੱਧ ਤੋਂ ਵੱਧ ਪਹੁੰਚ ਸਕਦੇ ਨੇ ਉਹ ਪਹੁੰਚਣ। ਕਾਫੀ ਧੰਨਵਾਦ। ਜਹੇਦਾਰ ਜੀ, ਜਿਹੜੀ ਗੱਲ ਨਾਰਮਲ ਆਪਣੇ ਕਰਨ ਵਾਸਤੇ ਨਹੀਂ, ਇਹ ਅਪਣਾਉਣ ਦੀ ਲੋੜ ਹੈ। ਏਕਤਾ ਦੀ ਗੱਲ ਕੀਤੀ ਹੈ, ਤੇ ਉਸ ਏਕਤਾ ਵਾਸਤੇ ਸਾਨੂੰ ਕਿੰਨੇ ਕੁ ਹੋਰ ਉਪਰਾਲੇ ਕਰਨੇ ਚਾਹੀਦੇ ਨੇ? ਜੇ ਇਸ ਗੱਲ ਤੋਂ ਕਿੰਨੇ ਕੁ ਸਾਨੂੰ ਉਪਰਾਲੇ ਕਰਨੇ ਚਾਹੀਦੇ ਵੀ ਜਿਹੜੀ ਏਕਤਾ, ਅਸੀਂ ਗੱਲੀ ਬਾਤੀ ਏਕਤਾ ਦੀ ਗੱਲ ਨਾ ਕਰੀਏ। ਜੇ ਅੱਜ ਜਿਸ ਤਰ੍ਹਾਂ ਸਿੱਖ ਫਰਜਸਟਰ ਨੇ ਬੜਾ ਵੱਡਾ ਇੱਕ ਕਦਮ ਪੁੱਟਿਆ, ਉਹਨਾਂ ਨੂੰ ਮੇਰਾ ਖਿਆਲ ਹੈ ਜਿਹੜੀ ਉਹਨਾਂ ਨੂੰ ਵੱਡਾ ਹੰਗਾਰਾ ਮਿਲ ਰਿਹਾ, ਉਹਨਾਂ ਦੀ ਜੇ ਕਹੀਏ ਬਹੁਤ ਵੱਡਾ ਉਹਨਾਂ ਦਾ ਦਿਲ, ਜਿਗਰਾ, ਉਹਨਾਂ ਦਾ ਦਾਇਰਾ, ਉਹਦੇ ਮਨ ਦੇ ਵਿੱਚ ਇੱਕ ਸੋਚ ਹੈ ਅਸੀਂ ਕੌਮ ਨੂੰ ਕੁਛ ਲੈ ਕੇ ਦੇਣਾ ਹੈ। ਕਿਸ ਜਥੇਬੰਦੀ ਨਾਲ ਸੰਬੰਧਿਤ ਹੈ, ਕਿਸੇ ਗੁਰੂ ਘਰ ਨਾਲ ਸੰਬੰਧਿਤ ਹੈ, ਕਿਸੇ ਮਜ਼ਹਬ ਨਾਲ ਸੰਬੰਧਿਤ ਹੈ, ਕਿਸ ਹਿੱਸੇ ਨਾਲ ਸੰਬੰਧਿਤ ਹੈ, ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ। ਕੀ ਇਸ ਤਰ੍ਹਾਂ ਦੇ ਉਪਰਾਲੇ ਅਸੀਂ ਨਹੀਂ ਕਰ ਸਕਦੇ? ਬਿਲਕੁਲ, ਕਿਉਂ ਨਹੀਂ? ਇਹ ਤਾਂ ਇੱਕ ਬਹੁਤ ਵਧੀਆ ਗੱਲ ਹੈ ਜਿਹੜੀ ਤੁਸੀਂ ਵੀ ਕਰ ਰਹੇ, ਸਰਦਾਰ ਅਮਰਜੀਤ ਸਿੰਘ ਹੋਰਾਂ ਵੀ ਕੀਤੀ ਹੈ ਜੀ, ਵੀ ਜਿਹੜਾ ਏਕਾ ਆ ਵੀ ਉਹਦੀ ਬਹੁਤ ਲੋੜ ਹੈ। ਏਕਾ ਕਰਨ ਦਾ ਤਾਂ ਇੱਕ ਫਾਰਮੂਲਾ ਆ ਬਹੁਤ ਸੌਖਾ, ਤੇ ਜਿਹਦੇ ਨਾਲ ਅਸੀਂ ਅੱਗੇ ਵੱਧ ਸਕਦੇ ਹਾਂ। ਉਹ ਸੌਖਾ ਫਾਰਮੂਲਾ ਇਹ ਆ ਕਿ ਜਿਹੜੇ ਕੌਮੀ ਕਾਰਜ ਆ, ਕੌਮੀ ਕਾਰਜਾਂ ਦੇ ਨਾਲ ਜੇ ਗੁਰਮੀਤ ਸਿੰਘ ਨੇ ਮੋਹਰੇ ਹੋ ਕੇ ਕੋਈ ਗੱਲ ਕੀਤੀ ਵੀ ਮੈਂ ਆਹ ਕੰਮ ਚੰਗਾ ਕਰ ਸਕਦਾ ਜਾਂ ਕਰਨਾ ਚਾਹੁੰਦਾ, ਤਾਂ ਮੈਨੂੰ ਇਹ ਆਵਾਜ਼ ਮਾਰੇ ਤਾਂ ਮੈਂ ਇਹਦੇ ਨਾਲ ਉੱਠ ਕੇ ਤੁਰ ਪਾਵਾਂ। ਬਿਲਕੁਲ। ਇਹ ਨਾ ਹੋਵੇ ਕਿ ਮੈਂ ਪਹਿਲਾਂ ਇਹਦੀਆਂ ਜੜ੍ਹਾਂ ਵੱਢਾਂ, ਜੋ ਕੌਮ ਦੇ ਨਾਲ ਹੋਇਆ ਜਾਂ ਗਾਂ ਵੀ ਹੁਣ ਲੋਕਾਂ ਦੀ ਕੰਮ ਕਰਨਾ ਚਾਹੁੰਦਾ ਉਹਨੂੰ ਵੀ ਜੇ ਤਾਂ ਕੌਮ ਨੇ ਕੰਮ ਕਰਨਾ ਆ, ਤੇ ਕੰਮ ਕਰਨ ਲਈ ਇਹ ਆ ਕਿ ਮੈਨੂੰ ਇਹ ਪਤਾ ਆ। ਕਈ ਵਾਰੀ ਕਈ ਬੰਦੇ ਕਹਿੰਦੇ ਦੇਖੋ ਭਾਜੀ, ਜੇ ਤੁਸੀਂ ਗੱਲਾਂ ਕਰਦੇ ਵੀ ਜਥੇਬੰਦੀਆਂ ਬਣ ਜਾਂਦੀਆਂ, ਇਹ ਨਹੀਂ ਬਣਨੀਆਂ ਚਾਹੀਦੀਆਂ, ਗਰੁੱਪ ਨਹੀਂ ਬਣਨੇ ਚਾਹੀਦੇ, ਇਹਨਾਂ ਅਸੀਂ ਡਿਵਾਈਡ ਹੁੰਦੇ ਆ। ਤੇ ਜੇਕਰ ਮੈਂ ਇਹ ਗੱਲ ਕਹਿਣਾ ਕਿ ਆਪਾਂ ਇੱਥੇ ਰਹਿ ਕੇ ਵੀ ਜਰਮਨ ਦੀਆਂ ਜਥੇਬੰਦੀਆਂ ਨੂੰ ਇੱਕ
ਪਲੇਟਫਾਰਮ। ਜੁਆਇੰਟ ਇੱਕ ਪਲੇਟਫਾਰਮ ਤੇ ਰੱਖ ਸਕੇ। ਚਾਹੇ ਉਹਨੂੰ ਅਸੀਂ ਖਾਲਿਸਤਾਨ ਕੋਆਰਡੀਨੇਸ਼ਨ ਕਮੇਟੀ ਬਣਾਇਆ, ਚਾਹੇ ਉਹਨੂੰ ਲਿਬਰੇਸ਼ਨ ਫਰੰਟ ਬਣਾਇਆ, ਚਾਹੇ ਅਸੀਂ ਕੇਂਦਰੀ ਕਮੇਟੀ ਬਣਾਈ, ਚਾਹੇ ਅਸੀਂ ਭੁੱਲਰ ਦੇ ਲਈ ਡਿਫੈਂਸ ਕਮੇਟੀ ਬਣਾਈ। ਹੁਣ ਇਹ ਇੱਕ ਇਕੱਠ ਆ, ਜਿਹੜੇ ਬੰਦੇ ਇਹਨਾਂ ਇਕੱਠਾਂ ਨੂੰ ਤੋੜਦੇ ਆ, ਜਿਹੜੇ ਬੰਦੇ ਤੁਹਾਨੂੰ ਸਾਥ ਨਹੀਂ ਦਿੰਦੇ ਔਰ ਪਿੱਛੇ ਨੂੰ ਖਿੱਚਦੇ ਆ ਜਾਂ ਰੁਕਾਵਟਾਂ ਖੜੀਆਂ ਕਰਦੇ ਆ, ਜਾਂ ਤਾਂ ਉਹਨਾਂ ਨੂੰ ਨਕਾਰੋ, ਉਹਨਾਂ ਨੂੰ ਪਰੇ ਕਰੋ। ਭਾਜੀ ਤੁਸੀਂ ਗਲਤ ਕਰ ਰਹੇ ਆ। ਜਿੰਨਾ ਚਿਰ ਤੱਕ ਸਪਸ਼ਟ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਇਹ ਗੱਲ ਨਹੀਂ ਆਉਂਦੀ ਸਰਦਾਰ ਗੁਰਮੀਤ ਸਿੰਘ ਜੀ, ਜਿੰਨਾ ਚਿਰ ਜਿਹੜੀਆਂ ਸਾਡੀਆਂ ਇਹ ਜ਼ਿੰਮੇਵਾਰੀਆਂ ਇਹ ਸਿੱਧੇ ਰੂਪ 'ਚ ਨਹੀਂ ਕਿਸੇ ਨੂੰ ਕਹਿੰਦੀਆਂ। ਭਾਜੀ ਗੱਲ ਸੁਣੋ, ਜੇਕਰ ਚਾਹੇ ਸੁਖਵਿੰਦਰ ਸਿੰਘ ਨੇ ਪ੍ਰੋਗਰਾਮ ਲੀਕ ਦੇ, ਜੇਕਰ ਅਸੀਂ ਡਿਫੈਂਸ ਕਮੇਟੀ ਬਣਾਈ ਆ, ਉਹਦੇ ਵਿੱਚ ਬੰਦੇ ਲੈ ਗਏ ਆ, ਜੇਕਰ ਉਹ ਬੰਦੇ ਕੰਮ ਨਹੀਂ ਕਰਦੇ, ਉਹ ਸਾਨੂੰ ਰੁਕਾਵਟ ਖੜੀ ਕਰਦੇ ਆ, ਉਹ ਸਾਨੂੰ ਮੈਮੋਰੈਂਡਮ ਵੀ ਅਸੀਂ ਹੁਣ ਸਾਈਨ ਕਰਵਾ ਲਈਏ, ਇਹ ਆਪਣੇ ਨਾਲ ਹੋਇਆ, ਸਾਈਨ ਕਰਵਾ ਲਈਏ, ਅਸੀਂ ਉੱਥੇ ਸਾਈਨ ਜਦੋਂ ਜਾ ਕੇ ਮਿਨਿਸਟਰੀ ਦੇ ਵਿੱਚ ਦੇਣ ਜਾਣਾ ਤਾਂ ਕੋਈ ਬੰਦਾ ਨਾਲ ਨਾ ਤੁਰੇ, ਤਾਂ ਫਿਰ ਸਾਨੂੰ ਇਹ ਕਹਿਣਾ ਪਏਗਾ ਵੀਰ ਜੀ ਗੱਲ ਸੁਣੋ, ਇੱਥੇ ਆਪਾਂ ਗਲਤੀ ਕਰਦੇ। ਮੇਰੇ ਕਹਿਣ ਤੋਂ ਬਾਅਦ ਜਿਹੜਾ ਬਹੁਤ ਸੌਖਾ ਫਾਰਮੂਲਾ ਉਹ ਇਹ ਆ, ਜਿਹੜਾ ਵੀ ਪੰਥਕ ਕਾਰਜ ਆ ਉਹਦੇ ਨਾਲ ਅਸੀਂ ਇੱਦਾਂ ਇੱਕ ਮਨ ਬਣਾ ਕੇ ਤੁਰ ਪਈਏ ਕਿ ਇਹ ਸਾਡਾ ਕਾਰਜ ਆ। ਸਾਨੂੰ ਜੇ ਗੁਰਮੀਤ ਸਿੰਘ ਨੇ ਜੇ 2 ਦਿਨ ਪਹਿਲਾਂ ਨਹੀਂ ਦੱਸਿਆ, ਹੁਣ ਦੱਸ ਦਿੱਤਾ, 7 ਵਚਨ ਆ ਜੀ, ਲਓ ਅਸੀਂ ਤੁਹਾਡੇ ਨਾਲ ਆ ਭਾਜੀ, ਇਹ ਵਧੀਆ ਕਾਰਜ ਆ, ਅਸੀਂ ਇਹਦੇ ਵਿੱਚ ਨਾਲ ਸਾਥ ਦੇਵਾਂਗੇ। ਤਾਂ ਮੇਰੇ ਖਿਆਲ ਦੇ ਵਿੱਚ ਆ, ਜਿਨ੍ਹਾਂ ਨੇ ਕੌਮੀ ਤੌਰ ਤੇ ਕੋਈ ਸੰਘਰਸ਼ ਕਰਨੇ ਜਾਂ ਕੰਮ ਕਰਨਾ ਆ, ਉਹਨਾਂ ਦੀ ਕਦੀ ਵੀ ਈਰਖਾ ਨਹੀਂ ਆਈ ਜੀ। ਉਹਨਾਂ ਲੋਕਾਂ ਦੀ ਈਰਖਾ ਆ ਮੁੱਢ ਤੋਂ ਹੀ ਕਿ ਜਿਨ੍ਹਾਂ ਨੇ ਨਾ ਕਰਨਾ ਨਾ ਕਰਨ ਦੇਣਾ। ਇਸ ਕਰਕੇ ਮਤਲਬ ਪਰਖ ਸਾਨੂੰ ਕਰਨੀ ਪਏਗੀ ਕਿ ਰੁਕਾਵਟਾਂ ਕਿੱਥੇ ਖੜੀਆਂ ਹੋ ਰਹੀਆਂ। ਇਸ ਕਰ ਮੇਰੀ ਰਾਏ ਦੇ ਮੁਤਾਬਕ ਇਹ ਆ, ਸਾਨੂੰ ਸਾਰਿਆਂ ਨੂੰ ਚਾਹੀਦਾ ਭਰਾਵਾਂ ਵਾਂਗ ਮਿਲ ਕੇ ਅੱਜ ਵੀ ਇਹ ਸੋਚ ਲਈਏ ਵੀ ਜੇਕਰ ਜੇ ਪਤਵੰਤ ਸਿੰਘ ਪੰਨੂ ਹੋਣਾ ਨੇ ਅਮਰੀਕਾ ਤੋਂ ਬੈਠਿਆ ਨੇ ਇਹ ਇਸ ਕਾਰਜ ਦੇ ਲਈ, ਚਾਹੇ ਉਹ ਸੋਨੀਆ ਗਾਂਧੀ ਨੂੰ ਉੱਥੇ ਪ੍ਰਬੋਧਨ ਕਰਾਉਣ ਦੀ ਗੱਲ ਆਈ, ਚਾਹੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਬੋਧਨ ਕਰਾਉਣ ਦੀ ਗੱਲ ਆਈ, ਸਾਨੂੰ ਇੱਥੇ ਬੈਠਿਆਂ ਨੂੰ ਪਤਾ ਵੀ ਇਹ ਵਧੀਆ ਕਾਰਜ ਆ ਤੇ ਅਸੀਂ ਉਹਨਾਂ ਦੇ ਨਾਲ ਉਦਣ ਤੋਂ ਅੱਜ ਤੋਂ 2 ਸਾਲ ਪਹਿਲਾਂ ਵੀ ਜਦੋਂ ਇਹ ਆਪਣੇ ਕੋਲ ਆਏ ਸੀ ਤਾਂ ਆਪਾਂ ਸਾਰਿਆਂ ਨੇ ਇਸੇ ਤਰੀਕੇ ਨਾਲ ਇਹਨਾਂ ਨੂੰ ਸਾਥ ਦਿੱਤਾ ਸੀ। ਅੱਜ ਵੀ ਆਪਾਂ ਜੇ ਉਹ ਕੱਲ ਆਪਣੇ ਕੋਲ ਆਇਆ ਤਾਂ ਕੱਲ ਉਹਨਾਂ ਨੂੰ ਆਉਂਦਿਆਂ ਜੀ ਆਇਆਂ ਕਿਹਾ ਔਰ ਨਾਲ ਉਹਨਾਂ ਨੂੰ ਕਿਹਾ ਅਸੀਂ ਹਰ ਪੱਖੋਂ ਤੁਹਾਡੇ ਨਾਲ ਸਹਿਮਤ ਹਾਂ, ਹਰ ਪੱਖੋਂ ਤੁਹਾਡੇ ਨਾਲ ਤੁਰਨ ਨੂੰ ਤਿਆਰ ਹਾਂ ਔਰ ਇਹ ਵਧੀਆ ਕਾਰਜ ਹੈ, ਅਸੀਂ ਤੁਹਾਨੂੰ ਸਾਥ ਦੇਵਾਂਗੇ ਜਿਹਦੇ ਲਈ ਸਾਡੇ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਗੁਰਪਤਵੰਤ ਸਿੰਘ ਪੰਨੂ, ਭਾਈ ਅਵਤਾਰ ਸਿੰਘ ਪੰਨੂ ਸਮੇਤ ਸਾਰੀ ਜੋ ਟੀਮ ਹੈ, ਗਰੇਵਾਲਾ ਸਾਹਿਬ ਜੋ ਕੈਨੇਡਾ ਤੋਂ ਸਿੰਘ, ਨੌਜਵਾਨ ਸਿੰਘ, ਇਹ ਸਾਰੇ ਅਸਲ ਵਿੱਚ ਹੀ ਆਪਾਂ ਪੂਰੇ ਸੰਘਰਸ਼ ਦੀ ਪੜਚੋਲ ਕਰੀਏ, ਸਿੱਖ ਸੰਘਰਸ਼ ਦੀ ਅੱਜ ਦੀ ਗੱਲ ਹੀ ਆਪਾਂ ਕਰਦੇ ਜੀ। ਸਿੱਖ ਸੰਘਰਸ਼ ਵਿੱਚ ਭਾਵੇਂ ਕਿਸੇ ਨੇ ਵੀ ਸੰਘਰਸ਼ ਕੌਮ ਦੇ ਨਾਂ ਤੇ, ਕੌਮ ਦੇ ਹੱਕਾਂ ਲਈ, ਹਿੱਤਾਂ ਲਈ ਲਾਇਆ, ਭਾਵੇਂ ਦਰਬਾਰ ਸਾਹਿਬ ਦੀ, ਗੁਰਦੁਆਰਿਆਂ ਦੀ ਆਜ਼ਾਦੀ ਦੀ ਗੱਲ ਕਰੀਏ, ਸਿੰਘ ਸਾਹਿਬ ਲਹਿਰ ਦੀ ਗੱਲ ਕਰੀਏ, ਕੱਲ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀਏ, ਜੂਨ 1984 ਦੀ ਗੱਲ ਕਰੀਏ, ਸੰਗਤਾਂ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵੱਲੋਂ ਦਿੱਤੀ ਇੱਕ ਆਵਾਜ਼ ਦੇ ਉੱਪਰ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਦੇ ਇਕੱਠੇ ਕਰਕੇ ਇਹਨਾਂ ਆਪਣੇ ਅਸਲ ਵਿੱਚ ਜਿੱਥੇ ਮੈਂ ਮਹਿਸੂਸ ਕਰਦਾ ਵੀ ਸਿੱਖ ਕੌਮ ਵੱਲੋਂ ਜਿਹੜੀ ਉਹ ਘਾਟ ਰਹੀ ਹੈ, ਜਿੱਥੇ ਘਾਟ ਆਈ ਹੈ ਉਹ ਲੀਡਰਾਂ ਵੱਲੋਂ ਘਾਟ ਹੈ। ਜੇ ਅਨੰਦਪੁਰ ਸਾਹਿਬ ਦਾ ਮਤਾ ਲੱਗਿਆ, ਗੱਲ ਕਿੱਥੇ ਗਈ? ਆ ਕੇ ਲੌਂਗੋਵਾਲਾ ਸਾਹਿਬ ਨੇ ਸਮਝੌਤਾ ਕਰ ਲਿਆ, ਗੱਲ ਫਿਰ ਉਸੇ ਖੂਹ ਦੇ ਵਿੱਚ ਗਈ। ਗੱਲ ਜੇ ਨਵੰਬਰ ਦੀ ਗੱਲ ਕੀਤੀ ਹੈ, ਕੱਲ ਬੀਬੀਆਂ ਨੇ ਉੱਥੇ ਮਰਨ ਵਰਤ ਰੱਖਿਆ, ਬਾਦਲ ਸਾਹਿਬ ਨੇ ਆ ਕੇ ਆਪਣੇ ਨਾਅਰੇ ਲਾ ਕੇ ਪਾਣੀ ਪਿਲਾ ਕੇ, ਗੱਲ ਕਿੱਥੇ ਗਈ? ਫਿਰ ਉਸੇ ਖੂਹ ਵਿੱਚ। ਅੱਜ ਵੀ ਜਿਹੜੀ ਜੇ ਗੁਰਪਤਵੰਤ ਸਿੰਘ ਪੰਨੂ, ਭਾਈ ਅਵਤਾਰ ਸਿੰਘ ਪੰਨੂ ਸਮੇਤ ਸਮੁੱਚੀ ਟੀਮ ਨੂੰ ਜੇ ਦੁਨੀਆ ਵਿੱਚੋਂ ਸਹਿਯੋਗ ਮਿਲ ਰਿਹਾ, ਇਹਨਾਂ ਦੀ ਹਿਰਦਤਾ ਦੇ ਕਾਰਨ ਹੀ ਮਿਲ ਰਿਹਾ। ਮੇਰਾ ਖਿਆਲ ਸਾਨੂੰ ਇਹਨਾਂ ਤੋਂ ਵੀ ਸੇਧ ਲੈਣੀ ਚਾਹੀਦੀ ਹੈ, ਭਾਵੇਂ ਥੋੜਾ ਸਾਨੂੰ ਸਹਿਯੋਗ ਦਿੰਦੀ ਸੰਗਤ। ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਅਸੀਂ ਉਸ ਉੱਪਰ ਵੀ ਮੇਰੇ ਖਿਆਲ ਖਰੇ ਉਤਰਨ ਦੀ ਗੱਲ ਕਰੀਏ ਤੇ ਸੰਗਤਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਸਹਿਯੋਗ ਨਾ ਮਿਲੇ। ਅੱਜ ਵੀ ਦੇਖੋ ਕਿੰਨੀਆਂ ਸੰਗਤਾਂ ਜਿਹੜੀਆਂ ਨੇ ਕਿੰਨੀ ਦੂਰੋਂ ਜਾ ਕੇ ਉਸ ਸਿੰਘਾਂ ਵਾਸਤੇ ਜਿਹੜੇ 1984 ਵਿੱਚ ਸ਼ਹੀਦ ਹੋਏ ਨੇ, ਹਾਂ ਦਾ ਨਾਰਾ ਮਾਰਨ ਵਾਸਤੇ ਉੱਥੇ ਐਡੀ ਦੂਰ ਜਾ ਰਹੀਆਂ ਨੇ। ਆਪਣੇ ਕੋਲ ਸਮਾਂ ਬਿਲਕੁਲ ਨੇੜੇ ਜਾ ਚੁੱਕਿਆ, 1 ਮਿੰਟ ਦਾ ਸਮਾਂ ਬਾਕੀ ਹੈ। 10 ਸਕਿੰਟਾਂ ਵਿੱਚ ਭਾਈ ਸਾਹਿਬ ਸੁਖਵਿੰਦਰ ਸਿੰਘ ਜੀ ਕੀ ਕਹੋਗੇ ਤੁਸੀਂ? ਮੈਂ ਅਖੀਰ ਦੇ ਵਿੱਚ ਸਿਰਫ ਸਿੱਖ ਸੰਗਤਾਂ ਨੂੰ ਮੀਡੀਆ ਦੇ ਮਾਧਿਅਮ ਰਾਹੀਂ ਸਿਰਫ ਇਹੀ ਅਪੀਲ ਕਰਾਂਗਾ ਕਿ ਜੋ ਵੀ ਇਹ ਉਪਰਾਲਾ ਕਰ ਰਹੇ ਆ, ਜਸਟਿਸ ਰੈਲੀ ਦੇ ਵਿੱਚ ਵੱਧ ਤੋਂ ਵੱਧ ਦਸਤਖਤ ਲੈ ਕੇ ਵੱਧ ਤੋਂ ਵੱਧ ਆਪ ਪਹੁੰਚੋ ਤੇ ਆਪਣੇ ਸਾਥੀਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲਿਜਾ ਕੇ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ। ਭਾਈ ਅਮਰਜੀਤ ਸਿੰਘ ਜੀ ਪੀਲੀਆ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਵੀ ਇਹੀ ਬੇਨਤੀ ਕਰਾਂਗਾ ਸਾਰੇ ਸਿੱਖ ਜਗਤ ਨੂੰ, ਗੁਰੂ ਨਾਨਕ ਨਾਂ ਲੇਵਾ ਨੂੰ, ਜਿੰਨੀ ਵੀ ਸੰਗਤ ਆ ਵੱਧ ਤੋਂ ਵੱਧ ਇਸ ਮੌਕੇ ਤੇ ਜਾ ਸਕਦੀ ਹੈ ਉਹਨਾਂ ਨੂੰ ਜਾਣਾ ਚਾਹੀਦਾ। ਅਸੀਂ ਵੀ ਐਤਵਾਰ ਨੂੰ ਆਪਣੇ ਗੁਰੂ ਘਰ ਦੇ ਵਿੱਚ ਸੰਗਤਾਂ ਦੇ ਵਿੱਚ ਇਹ ਪ੍ਰਚਾਰ ਕਰਾਂਗੇ ਕਿ ਜਿੰਨ ਵੀ ਜਾਣਾ ਉਹ ਸਾਨੂੰ ਦੇਣ। ਬਾਕੀ ਸਾਈਨ ਕਰਾ ਕੇ ਗੁਰੂ ਘਰ ਵੱਲੋਂ ਸਾਰੇ ਉਸ ਦਿਨ ਜੋ ਸਿੰਘ ਆਏ ਸੀਗੇ, ਜਿਹੜੇ ਸੰਗਤਾਂ ਨੇ ਜਾਣਾ ਤੁਹਾਡੇ ਗੁਰੂ ਘਰ ਵੱਲੋਂ, ਉਹ ਕਿਹਨਾਂ ਸੰਪਰਕ ਕਰਨ ਤੁਹਾਡੇ ਨਾਲ? ਉਹ ਸੰਪਰਕ ਦੇਖੋ ਜੀ, ਅਸੀਂ ਉੱਥੇ ਅਨਾਉਂਸ ਕਰਾਂਗੇ, ਅਸੀਂ ਕਿਸੇ ਦੀ ਡਿਊਟੀ ਲਾਵਾਂਗੇ,
ਠੀਕ ਹੈ ਜੀ। ਇਹ ਜ਼ਰੂਰੀ ਨਹੀਂ ਦਾਸ ਨਾਲ ਹੈ, ਦਾਸ ਦੇ ਨਾਲ ਹੋਰ ਕਿਸੇ ਨਾਲ ਵੀ, ਕੋਈ ਵੀ ਸਿੰਘ ਕਿਸੇ ਨਾਲ ਵੀ ਜਿਹੜਾ ਗੁਰੂ ਘਰ ਦੇ ਸਾਡੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਜੀ। ਜਿਸੇ ਕਿਸੇ ਦੀ ਇੱਕ ਡਿਊਟੀ ਲਾਦਾ ਫਲਾਣੇ ਸਿੰਘ ਨਾਲ ਕੰਟੈਕਟ ਕਰਨ, ਜੇ ਕਿਸੇ ਨੇ ਵੀ ਨਾ ਦਿੰਦੇ ਅਸੀਂ ਤੁਹਾਡਾ ਬਾਤ ਭਾਈ ਸਤਨਾਮ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਅਖੀਰ ਵਿੱਚ ਦੱਸ ਕੇ? ਜੋ ਅੱਜ ਮਤਲਬ ਜੋ ਇਸ ਪ੍ਰੋਗਰਾਮ ਦੇ ਲਈ ਸਿੱਖ ਚੈਨਲ ਦਾ ਜੋ ਇਹ ਰੋਲ ਹੈ ਬਹੁਤ ਵਧੀਆ ਹੈ, ਔਰ ਜਿਹਦੇ ਨਾਲ ਇਹਦੇ ਵਿੱਚ ਕਿਉਂਕਿ ਮੀਡੀਆ ਦੀ ਬਹੁਤ ਇੱਕ ਵੱਡੀ ਜ਼ਿੰਮੇਵਾਰੀ ਹੈ, ਔਰ ਸਿੱਖ ਚੈਨਲ ਨੇ ਹਮੇਸ਼ਾ ਹੀ ਪੰਥਕ ਕਾਰਜਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਮਤਲਬ ਜਿਹੜਾ ਹੱਲਾ ਮਾਰਿਆ ਹੈ, ਔਰ ਇਹ ਬਹੁਤ ਧੰਨਵਾਦ ਹੈ ਜੋ ਸਾਡੇ ਗੁਰਦੁਆਰੇ ਜਾਂ ਕਾਨੂੰਨ ਦੀਆਂ ਜਿਹੜੀਆਂ ਸੰਗਤਾਂ, ਮੈਂ ਉਹਨਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜੀਆਂ ਸਾਡੇ ਗੁਰਦੁਆਰੇ ਨਾਲ ਸੰਬੰਧਿਤ ਆ ਉਹ ਵੀ ਸਾਨੂੰ ਇਸ ਐਤਵਾਰ ਨਾ ਦੇ ਦੇਣ, ਔਰ ਕਿਉਂਕਿ ਸਾਇਨ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਹੋਏ ਨੇ, ਔਰ ਬਕਾਇਦਾ ਤੌਰ ਤੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਆ, ਤੇ ਸਾਡੇ ਵੱਲੋਂ ਮਤਲਬ ਜਿਹੜੇ ਬੱਸਾਂ ਦਾ ਪੂਰਾ ਅਰੇਂਜਮੈਂਟ ਕੀਤਾ ਜਾਣਾ ਹੈ, ਤੇ ਜਾਣਾ ਸਾਰਿਆਂ ਸੰਗਤਾਂ ਨੇ ਜਾਣ ਦੇ ਲਈ ਜਿਹੜਾ ਹੰਗਾਰਾ ਵੀ ਦਿੱਤਾ ਹੈ। ਔਰ ਇਹਦੇ ਵਿੱਚ ਮਤਲਬ ਮੈਨੂੰ ਜੋ ਆਸ ਹੈ ਕਿ ਜਿਹੜਾ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲਣਾ ਇਸ ਗੱਲ ਦੇ ਨਾਲ ਕਿ ਜਿਹੜੀਆਂ ਸੰਗਤਾਂ ਦੇ ਵਿੱਚ ਵੀ ਇਸ ਗੱਲ ਦਾ ਇਹਦੇ ਵਿੱਚ ਆਪਣੇ ਉਹਨਾਂ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਦੇ ਲਈ ਇਹ ਇੱਕ ਬਹੁਤ ਵੱਡਾ ਉਹਨਾਂ ਦੀ ਅਰਦਾਸ ਹੋਵੇਗੀ, ਜਿਹਦੇ ਵਿੱਚ ਹਰੇਕ ਨੇ ਆਪਣਾ ਜੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਿੱਖ ਚੈਨਲ ਜੋ ਸਿੱਖਾਂ ਦੇ ਸੰਬੰਧ ਨਾਲ ਸਿੱਖ ਕੌਮ ਦੀ ਆਵਾਜ਼ ਬਣ ਕੇ ਉੱਭਰਿਆ ਹੈ, ਇਸ ਨੂੰ ਜਿੱਥੇ ਅਸੀਂ ਚਾਲੂ ਰੱਖਣਾ, ਇੱਥੇ ਆਵਾਜ਼ ਨੂੰ ਅਸੀਂ ਬੁਲੰਦ ਰੱਖਣਾ ਹੈ, ਜਿੱਥੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ, ਚੰਗੇ ਸੁਝਾਵਾਂ ਦੀ ਲੋੜ ਆ, ਤੁਹਾਡੇ ਵੱਲੋਂ ਕੱਢੇ ਦਸਵੰਧ ਦੀ ਲੋੜ ਹੈ, ਉੱਥੇ ਤੁਹਾਡੇ ਬਹੁਤ ਵੱਡੇ ਸਹਿਯੋਗ ਦੀ ਵੀ ਸਾਨੂੰ ਲੋੜ ਹੈ। ਤੁਸੀਂ ਸਾਨੂੰ ਕਿਤੇ ਜਿੱਥੋਂ ਅਸੀਂ ਕਿਤੇ ਸੱਜੇ ਖੱਬੇ ਹੁੰਦੇ ਹੋਈਏ, ਤੁਹਾਡੇ ਚੰਗੇ ਸੁਝਾਅ ਸਾਡੇ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਨੇ, ਤੇ ਸਾਨੂੰ ਕਿਸੇ ਹੋਰ ਚੰਗੇ ਕਾਰਜ ਵਾਸਤੇ ਉਪਰੇਰ ਸਕਦੇ ਨੇ, ਉਹ ਵੀ ਸਾਨੂੰ ਦੇਣੇ ਨੇ। ਤੁਸੀਂ ਆਪਣਾ ਬਣਦਾ ਦਸਵੰਧ ਵੀ ਜੋ ਹੈ ਸਿੱਖ ਚੈਨਲ ਨੂੰ ਚਾਲੂ ਰੱਖਣ ਵਾਸਤੇ ਉਹ ਵੀ ਦੇਣਾ, ਤਾਂ ਕਿ ਸਿੱਖ ਕੌਮ ਦੀ ਜੋ ਆਵਾਜ਼ ਹੈ ਤੁਹਾਡੇ ਕੰਨਾਂ ਤੱਕ, ਦਿਲ ਤੱਕ, ਹਿਰਦੇ ਤੱਕ, ਤੁਹਾਡੇ ਦਰਾਂ ਤੱਕ ਪਹੁੰਚ ਸਕੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿੱਥੇ ਸਿੱਖ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਜਰਮਨੀ ਦੀਆਂ ਨੇ ਜੋ ਅਪੀਲ ਕੀਤੀ ਹੈ, ਇਸ ਅਪੀਲ ਨੂੰ ਬੇਨਤੀ ਰੂਪ ਵਿੱਚ ਪ੍ਰਵਾਨ ਕਰਕੇ ਵੱਧ ਤੋਂ ਵੱਧ ਆਪਣੇ ਗੁਰੂ ਘਰਾਂ ਨਾਲ ਸੰਪਰਕ ਕਰਕੇ ਨਾਮ ਲਿਖਾ ਕੇ, ਭਾਵੇਂ ਤੁਸੀਂ ਜਰਮਨ, ਇੰਗਲੈਂਡ ਜਾਂ ਹੋਰ ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਤੁਸੀਂ ਬੈਠੇ ਹੋ, ਆਪਣੇ ਗੁਰੂ ਘਰਾਂ ਨਾਲ ਆਪਣਾ ਤੁਸੀਂ ਕਰਕੇ ਰਾਬਤਾ ਕਰਕੇ ਉਸ ਜਸਟਿਸ ਰੈਲੀ ਵਿੱਚ, ਇਨਸਾਫ ਰੈਲੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਤੇ ਇੰਨੇ ਪ੍ਰੋਗਰਾਮ ਵਿੱਚ ਜੋ ਸਾਡੇ ਕੋਲੋਂ ਉਣਤਾਈਆਂ ਗਲਤੀਆਂ ਹੋ ਗਈਆਂ ਨੇ, ਸਾਡੀ ਝੋਲੀ ਪਾਉਣੀਆਂ, ਚੰਗੇ ਕੰਮਾਂ ਨੂੰ, ਚੰਗੇ ਵਿਚਾਰਾਂ ਨੂੰ, ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨੂੰ ਜ਼ਰੂਰ ਤੁਸੀਂ ਕਬੂਲ ਕਰਿਓ। ਆਓ ਰਲ ਮਿਲ ਕੇ ਫਤਿਹ ਬੁਲਾਈਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।